ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਚੌਥਾ। ਪੰਚ ਪਦਾ। ਆਚਰ ਚਰੈ ਤਾਂ ਸਿਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਟਿਆ ਜਾਈ। ਆਚਰ ਚਰੈ ਤਾਂ ਸਿਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪ੍ਰਗਾਸਹੁ, ਸਦਾ ਰਹੋ ਸਰਣਾਈ ਰਹੋ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜਿਉ ਕਿਰਪਾ ਕਰਹੁ, ਗੁਰ ਮਿਲਹੁ, ਤਾਂ ਹਰ ਨਾਮ ਸਮਾਣਾ। ਜਿਸ ਕੀ ਵਤ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ। ਵਸਤਾਂ ਨੂੰ ਪਤ ਅਗਮ ਗੋਚਰ, ਗੁਰ ਪੂਰਾ ਲਖ ਲਖਾਏ। ਜਿਨ ਇਹ ਚਾਖੀ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਰਤਨ ਲਕਾਇਆ ਲੁਕੈ ਨਾਹੀ, ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸ ਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸ ਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਦਾ ਸਦਕਾ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਉਹਨਾਂ ਦੇ ਚਰਨ ਸੇਵਕ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਦੀ ਸਾਲਾਨਾ ਯਾਦ ਬਖਸ਼ੀ ਨੂੰ ਮਨਾਉਂਦਿਆਂ ਹੋਏ ਮਹਾਂਪੁਰਖਾਂ ਦੀ ਯਾਦ ਵਿੱਚ ਪਾਠਾਂ ਦੇ ਭੋਗ ਪਾਏ ਹਨ ਔਰ ਪਾਠ ਦੀ ਸੰਪੂਰਨਤਾ ਤੇ ਆਰਤੀ ਅਰਤੇ ਦਾ ਕੀਰਤਨ ਹੋਇਆ ਹੈ ਔਰ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਗੁਰੂ ਮਹਾਰਾਜ ਜੀ ਨੇ ਪਵਿੱਤਰ ਮੁਖ ਵਾਕ ਬਖਸ਼ਿਸ਼ ਕੀਤਾ ਹੈ। ਸੋਰਠ ਮਹੱਲਾ ਚੌਥਾ। ਪੰਜ ਪਦਾ। ਸੋਰਠ ਰਾਗ ਦੀ ਬਾਣੀ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਪੰਜ ਪਦਾ। ਇਹ ਸ਼ਬਦ ਦੇ ਪੰਜ ਪਦ ਹੋਣਗੇ, ਬੰਦ ਹੋਣਗੇ। ਅਚਰ ਚਰੈ ਤਾਂ ਸਿਧ ਹੋਈ, ਸਿੱਧੀ ਤੇ ਬੁੱਧ ਪਾਈ। ਜਿਹੜੇ ਗੁਰਮੁਖ ਪਿਆਰੇ ਅਚਰ, ਨਾ ਚਰੇ ਜਾਣ ਵਾਲੇ, ਨਾ ਅਭਾਵ ਕੀਤੇ ਜਾਣ ਵਾਲੇ, ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹਨਾਂ ਨੂੰ ਜਿਹੜੇ ਚਰ ਲੈਂਦੇ ਆ, ਭਾਵ ਖਤਮ ਕਰ ਲੈਂਦੇ ਆ। ਜਿਨ ਮਿਲ ਮਾਰੇ ਪੰਜ ਸੂਰਬੀਰ ਹੈ, ਸੋ ਕੌਣ ਬਲੀਰੇ। ਜਿਨ ਪੰਜ ਮਾਰ ਬਦਾਰ ਗਦਾਰੇ, ਸੋ ਪੂਰਾ ਇਸ ਕਲੀਰੇ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਹੰਦੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਉਹਨਾਂ ਨੂੰ ਫਿਰ ਆਤਮਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਸਿੱਧੀ ਤੇ ਬੁੱਧ ਪਾਈ। ਤੇ ਜਿਨ੍ਹਾਂ ਨੂੰ ਆਤਮਿਕ ਸਿੱਧੀ ਮਿਲ ਗਈ, ਉਹਨਾਂ ਨੂੰ ਆਤਮਾ ਵਿਸ਼ੇਣੀ ਬੁੱਧੀ ਪ੍ਰਾਪਤ ਹੁੰਦੀ ਹੈ, ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਔਰ ਜਿੱਧਰ ਵੀ ਦੇਖਦੇ ਹਨ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋ ਤਰੀ। ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਸਭ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਉਹਨਾਂ ਨੂੰ ਹਰ ਪਾਸੇ ਇੱਕੋ ਇੱਕ ਪਰਮਾਤਮਾ ਦੀ ਜਿਹੜੀ ਜੋਤ ਨਜ਼ਰ ਆਉਂਦੀ ਹੈ। ਇੱਕ ਵਿਸ਼ੇ ਵਿਸ਼ਾਣੀ ਬੁੱਧ ਆ, ਜਿਹਦੇ ਵਿੱਚ ਹਰ ਵੇਲੇ ਮਾੜੇ ਫੁਰਨੇ, ਮਾੜੇ ਸਕਲ ਫੁਰਦੇ ਹਨ। ਇੱਕ ਆਤਮਾ ਵਿਸ਼ਾਣੀ, ਜਿਹਦੇ ਅੰਦਰ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜਿਹੜੀ ਜੋਤ ਆਤਮਾ ਨੂੰ ਦੇਖਦਾ ਹੈ। ਜਿਹੜੀ ਆਤਮਿਕ ਸਿੱਧੀ ਪ੍ਰਾਪਤ ਹੋ ਜਾਂਦੀ ਹੈ, ਫਿਰ ਇਹ ਐਸੀ ਬੁੱਧੀ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਜਾਂ ਜਿਨ੍ਹਾਂ ਨੂੰ ਇਹ ਆਤਮ ਵਿਸ਼ਾਣੀ ਬੁੱਧ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਆਤਮਿਕ ਜਿਹੜੀ ਸਿੱਧੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਅਥਵਾ ਰਿੱਧ ਸਿਧ ਨਾਵੇ ਕੀ ਦਾਸੀ,
ਇਹ ਵੀ ਦਾਸ ਬਣ ਜਾਂਦੀਆਂ ਹਨ। ਨਵਨਿਧੀ 18 ਹੈ ਸਿੱਧੀ, ਪਿੱਛੇ ਲੱਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਇਹ ਵੀ ਉਹਨਾਂ ਦੇ ਹੁਕਮ 'ਚ ਹੋ ਜਾਂਦੀਆਂ ਹਨ, ਪਰ ਉਹ ਇਹਨਾਂ 'ਚ ਫਸਦੇ ਨਹੀਂ, ਇਹਨਾਂ ਤੋਂ ਅੱਗੇ ਲੰਘ ਜਾਂਦੇ। ਜਿਹੜਾ ਵੀ ਇਹਨਾਂ 'ਚ ਫਸ ਗਿਆ, ਮਾਇਆ ਪਦਾਰਥ ਮਾਨ ਸਤਿਕਾਰ ਤਾਂ ਮਿਲੇਗਾ ਲੋਕਾਂ ਨੂੰ ਚਮਤਕਾਰ ਦਿਖਾ ਕੇ, ਲੇਕਿਨ ਉਹ ਆਤਮਾ ਪਦ ਤੋਂ ਰਹਿ ਜਾਂਦਾ ਹੈ। ਤੇ ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਇਹਨਾਂ ਨੂੰ ਆਪਣੇ ਰਾਹ 'ਚ ਰੁਕਾਵਟ ਨਹੀਂ ਬਣਾਉਂਦੇ, ਤੇ ਇਹਨਾਂ ਦਾ ਵੀ ਬਹੁਤ ਤਿਆਗ ਕੇ ਇੱਕ ਨਿਰੰਕਾਰ ਦੇ ਚਰਨਾਂ ਦੀ ਪ੍ਰੀਤੀ ਪ੍ਰਾਪਤ ਕਰਦੇ ਆ। ਰਾਜ ਨਾ ਚਾਹੋਂ ਮੁਕਤ ਨਾ ਚਾਹੋਂ, ਮਨ ਪ੍ਰੀਤ ਚਰਨ ਕਮਲਾਰੇ, ਐਸੀ ਉਹਨਾਂ ਦੀ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਕਿਉਂਕਿ ਪ੍ਰੇਮ ਦੇ ਸਰ ਤਿੱਖੇ ਜਿਹੜੇ ਨਿਆਲੇ ਤੀਰ ਹਿਰਦੇ ਰੂਪੀ ਮਰਮ ਸਥਾਨ 'ਚ ਲੱਗੇ, ਤੇ ਮਨ ਦਾ ਜਿਹੜਾ ਭਰਮ ਹੈ ਉਹ ਕੱਟਿਆ ਜਾਂਦਾ। ਭਰਮ ਕੀ ਹੈ ਕਿ ਵਸਤੂ ਕੁਝ ਹੋਰ ਹੋਣੀ ਤੇ ਸਮਝ ਲੈਣੀ ਕੁਝ ਹੋਰ। ਜਿਵੇਂ ਹਨੇਰੇ ਰੱਸੀ ਪਈ ਹੈ, ਉਹ ਭੁਲੇਖੇ ਨਾਲ ਸੱਪ ਬਣ ਕੇ ਡਰਾਉਂਦੀ ਹੈ। ਜਦੋਂ ਪ੍ਰਕਾਸ਼ ਨਾਲ ਦੇਖਿਆ ਜਾਏ, ਰੱਸੀ ਦੇ ਅਸਲੀ ਸਰੂਪ ਦਾ ਗਿਆਨ ਹੋ ਜਾਵੇ ਤਾਂ ਰੱਸੀ ਹੈ, ਸੱਪ ਨਹੀਂ, ਤੇ ਸਮਝੋ ਕਿ ਉਹ ਭਰਮ ਨਿਵਰਤ ਹੋ ਗਿਆ। ਕਿਉਂਕਿ ਭਰਮ ਤਾਂ ਹੀ ਸੀ ਕਿਉਂਕਿ ਅੰਧਕਾਰ ਸੀ, ਹਨੇਰਾ ਸੀ। ਜਦੋਂ ਪ੍ਰਕਾਸ਼ ਹੋ ਗਿਆ, ਅਸਲੀਅਤ ਦਾ ਗਿਆਨ ਹੋ ਗਿਆ, ਤੇ ਭਰਮ ਜਿਹੜਾ ਸੀ ਦੂਰ ਹੋ ਗਿਆ। ਇਸ ਤਰ੍ਹਾਂ ਮਨ 'ਚ ਵੀ ਇਹ ਜਿਹੜਾ 5 ਪ੍ਰਕਾਰ ਦਾ ਭਰਮ ਹੈ, ਜਦੋਂ ਆਤਮਾ ਦਾ ਗਿਆਨ ਹੋ ਜਾਂਦਾ ਤੇ ਉਹ ਫਿਰ ਭਰਮ ਦੀ ਨਿਵਰਤੀ ਹੋ ਜਾਂਦੀ ਹੈ। ਤੇ ਜਿਹੜਾ ਅਗਿਆਨੀ ਬੰਦਾ ਉਹ ਮਾੜੀ ਮਾੜੀ ਗੱਲ ਦੇ ਉੱਤੇ ਭਰਮ ਕਰਦਾ, ਵਹਿਮ ਕਰਦਾ, ਉਹਦੇ ਵਿੱਚ ਉਹ ਫਿਰ ਫਸ ਕੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੰਕਲਪ ਪੈਦਾ ਹੁੰਦੇ ਆ, ਉਹਦੇ ਨੂੰ ਪਰੇਸ਼ਾਨੀ ਵੀ ਹੋ ਜਾਂਦੀ ਹੈ। ਕਈ ਵਾਰੀ ਨੀਂਦ ਨਹੀਂ ਆਉਂਦੀ, ਫਿਰ ਉਹ ਨੀਂਦ ਦੂਰ ਕਰਨ ਵਾਸਤੇ ਨਸ਼ਾ ਵਗੈਰਾ ਵਰਤਦਾ, ਉਹਦੇ ਨਾਲ ਫਿਰ ਉਹ ਧਮਣੀਆਂ ਦਿਮਾਗੀ ਸ਼ਕਤੀ ਹੋਰ ਕਮਜ਼ੋਰ ਹੋ ਜਾਂਦੀ ਹੈ, ਨਿਗਾਹ 'ਤੇ ਵੀ ਅਸਰ ਗਲਤ ਪੈਂਦਾ। ਇਸ ਵਾਸਤੇ ਅਸਲੀ ਤਾਂ ਇਹ ਹੈ ਕਿ ਅਸਲੀਅਤ ਦਾ ਗਿਆਨ ਪ੍ਰਾਪਤ ਕਰਨਾ। ਜਦੋਂ ਅਸਲ ਚੀਜ਼ ਦਾ ਗਿਆਨ ਹੋ ਜਾਏ, ਭਰਮ ਨਿਵਰਤ ਹੋ ਜਾਂਦਾ। ਕਈ ਵਾਰੀ ਨਕਲ ਨੂੰ ਅਸਲ ਸਮਝ ਲੈਂਦਾ, ਉਹਦੇ ਵਿੱਚ ਉਹ ਭੁਲੇਖਾ ਖਾ ਕੇ ਫਿਰ ਉਹ ਪਰੇਸ਼ਾਨ ਹੁੰਦਾ ਹੈ। ਇਸ ਵਾਸਤੇ ਜਿਹੜਾ ਬਾਣੀ ਦਾ ਬੋਧ ਹੈ ਇਹ ਹੋਣਾ ਵੀ ਜ਼ਰੂਰੀ ਹੈ, ਤੇ ਨਾਮ ਬਣ ਜਾ ਅਭਿਆਸ ਕਰਕੇ ਆਤਮਾ ਗਿਆਨ ਜਿਹੜਾ ਪ੍ਰਾਪਤ ਕਰਨਾ ਇਹ ਵੀ ਜ਼ਰੂਰੀ ਹੈ। ਕਿਉਂਕਿ ਪਰੋਕਸ਼ ਅਪਰੋਕਸ਼ ਦੋ ਤਰ੍ਹਾਂ ਦਾ ਗਿਆਨ ਹੈ, ਸਮਾਨ ਤੇ ਵਿਸ਼ੇਸ਼। ਬਾਣੀ ਪੜ੍ਹਨਾ ਇਹ ਤਾਂ ਸੋਝੀ ਹੋ ਗਈ ਕਿ ਪਰਮਾਤਮਾ ਵਿਆਪਕ ਹੈ, ਔਰ ਜਦ ਤੱਕ ਅਭਿਆਸ ਨਾ ਕਰਾਂਗੇ ਤੇ ਜਿਹੜੇ ਆਪਣੇ ਅੰਤਿਸ਼ਕਰਨ ਦੇ ਦੋਸ਼, ਮਲ ਵਿਕਸ਼ੇਪ ਵਾਰਨ, ਕਰਮ ਉਪਾਸਨਾ ਗਿਆਨ ਬਿਨਾਂ ਦੂਰ ਨਹੀਂ ਹੁੰਦੇ, ਉਹਨਾਂ ਚਿਰ ਫਿਰ ਸਰੂਪ ਦੀ ਸਾਖਿਅਤਤਾ ਪ੍ਰਤੱਖਤਾ ਹੁੰਦੀ ਨਹੀਂ, ਤੇ ਫਿਰ ਜਿਹੜਾ ਆਤਮਾ ਬੋਧ ਹੈ ਉਹ ਦ੍ਰਿੜ ਪਰਪੱਕ ਨਹੀਂ ਹੁੰਦਾ। ਉਹਦੇ ਵਾਸਤੇ ਫਿਰ ਸ਼ਬਦ ਸੁਰ ਦਾ ਅਭਿਆਸ, ਨਾਮ ਬਾਣੀ ਦਾ ਅਭਿਆਸ ਹੈ, ਸੇਵਾ ਵੀ ਹੈ, ਸਿਮਰਨ ਵੀ ਹੈ, ਸਤਸੰਗ ਵੀ ਹੈ, ਹੋਰ ਵੀ ਕਈ ਚੰਗੇ ਸਾਧਨ ਨੇ ਜਿਹੜੇ ਇਹਦੀ ਸਹਾਇਤਾ ਕਰਦੇ ਹਨ। ਚੰਗੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ, ਅਸ਼ੀਰਵਾਦ ਹੈ, ਇਹ ਵੀ ਨਾਲ ਸਹਾਇਤਾ ਕਰਦੀ ਹੈ। ਬਚਨ ਦੀ ਕਮਾਈ ਕਰਨੇ ਨਾਲ ਬੰਦਾ ਜਿਹੜਾ ਫਿਰ ਵਿਕਾਰਾਂ ਤੋਂ ਬਚ ਕੇ ਉਤਮ ਗਤੀ ਜਿਹੜੀ ਉਹਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਸਾਰਾ ਜਿਹੜਾ ਭਰਮ ਉਹ ਦੂਰ ਹੋ ਜਾਂਦਾ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਕਹਿੰਦੇ ਭਈ ਸੰਤ ਬਾਬਾ ਜਵਾਲਾ ਸਿੰਘ ਜੀ ਅਰਖਵਾਲ ਵਾਲੇ, ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਨਰੈਣ ਸਿੰਘ ਜੀ ਅਤੇ ਉਹਨਾਂ ਦੇ ਧਰਮ ਪਤਨੀ ਮਾਤਾ ਰਾਜ ਕੌਰ, ਤੇ ਸਮੇਂ ਦੇ ਨਾਲ ਉਹਨਾਂ ਦੇ 7 ਲੜਕੀਆਂ ਨੇ ਜਨਮ ਲਿਆ। ਪੁੱਤਰ ਦੀ ਦਾਤ ਪ੍ਰਾਪਤ ਨਾ ਹੋਈ। ਕੁਦਰਤੀ ਮਾਤਾ ਜੀ ਦੂਸਰੇ ਮਾਤਾਵਾਂ ਨਾਲ ਕਿਤੇ ਰਿਸ਼ਤੇਦਾਰੀ 'ਚ ਮਕਾਨ ਵਾਸਤੇ ਗਏ, ਤੇ ਜਦੋਂ ਜਲੰਧਰ ਤੋਂ ਹੁਸ਼ਿਆਰਪੁਰ ਜਾਈਏ, ਕਠਾਰ ਦੇ ਨੇੜੇ ਮੰਡੇਰਾਮ ਪਿੰਡ ਹੈ, ਉੱਥੇ ਉਦਾਸੀ ਮਹਾਂਪੁਰਖ ਹੋਏ ਸੰਤ ਬਾਬਾ ਕਾਮਦਾਸ ਜੀ, ਜਿਹੜੀ ਬਹਾਦਰਪੁਰ ਬਾਬਾ ਸ੍ਰੀ ਚੰਦਾ ਧੂਣੇ ਦੀ ਗੱਦੀ ਹੈ, ਉਸ ਸਥਾਨ ਦੇ ਉਹ ਆਪਣੇ ਸੇਵਾਦਾਰ ਸੀਗੇ।
पर इत्थे रह के वो अपना तप साधन करते रहे, होर भी कई जगह विचरते रहे। कुदरती वो महापुरख दैवक नाल उत्थों लंघे। विचों किसी माता ने कहा कि भैन जी वो संत जा रहे, वो संतां दी माता कहण लगे असीं तां बड़े संत देखे आ, सानू तां किसी ने पुत्र की दात नहीं बख्शी। तो महापुरख ने बचन सुन लिया, कहण लगे देवी घबरा ना, परमात्मा के घर च कोई कमी नहीं, हर चीज़ उहदे हुक्म विच भाणे रज़ा विच है, डोलना नहीं चाहिए। कहण लगे तुहाडे ग्रह विच 3 पुत्र होणगे, उन्हां चों एक साडा होवेगा। सो समय नाल महापुरखां दे जिहड़े बचन सी वो सत होए। वड्डे अपने जमादार अशर सिंह जी सीगे ते उन्हां तों छोटे मंझले श्रीमान बाबा ज्वाला सिंह जी महाराज सीगे, उन्हां तो छोटे बाबू दया सिंह जी सीगे। ते नाल बचन कीता सी एक साडा होएगा। वो जिहड़ा बचन सी फिर वो श्रीमान बाबा ज्वाला सिंह जी फिर समय नाल साधु बन गए। उन्हां दे जन्म की भी कथा इस तरह चली आउंदी है कि जदों जन्मे तो उन्होंने फिर वो छोटी उम्र च ही पेचिस का रोग लग गया। उन्हां दिनां ज़्यादा हस्पताल ते बहुते साधन नहीं सी हुंदे, खास करके पिंडां तां बड़ा मुश्किल सी। वैद हकीम हुंदे हुंदे सी। बीमारियां भी अजकल ज़्यादा नहीं, बड़ी घट सी। लोकां दा सादा खाण पीण, सादा पहनना, सादी किरिया सी ते ज़्यादा जोर वाली किरत हुंदी सी। तकरीबन लोग ज़्यादा तंदुरुस्त सी, बीमारी बड़ी घट सी ते हकीम जिहड़े सी वो ठीक वैद कर करा लैंदे सी। वो कुदरती बीमारी हटे ना। माता जी सोच पवित्रता बड़ी रखदे सी ते जन्म नगर उन्हां दा लंगेरी है मालपुर के हल्के च। तो मालपुर फिर हकीम तो अपनी बड़ी लड़की नूं लै के ते दवाई वास्ते जाया करदी सी। तो कुदरती जिहड़े जिवें हुण बच्चे हुंदे आ ते पेचिस होए तो फिर होर भी औखा है। तो अजकल तो साधन वखरे बन गया, उदों फिर तौलिया वगैरह वो साधन हुंदा सी। तो इस तरह फिर वो किरिया जिहड़ी होनी। माता जी थोड़ा जिहा बड़े छूते शुद्ध पवित्र का ख्याल ज़्यादा रखते सी। एक दिन तक ही गए पर परमेश्वरा जां तैनूं राजी कर दे ते जां फिर अपने चरणों च बुला ला कि मैं तो नरक च पै गई हूँ। वो कुदरती मालपुरों हकीम तो दवाई लैके जिहड़े मुड़े उत्थे वो फल्ट सी, उदों बोरवार का हुंदे न, उत्थे फिर वो थोड़ा साफ सफाई की ते इतने नूं एक ज्योतिषी आ गया। उन्होंने अपनी पत्री वगैरह पचांग पकड़ी हुई सी ते उन्होंने कोल जिवें अपने वो सिटण वास्ते डलके जिहे हुंदे बने हुंदे टिका शिका लाया होया सी। ते वो कहण लगे पंडित जी कि तुसीं कोई टेवा शेवा ला लैंदे? कहंदे हाँ। कहंदे आ बच्चा देखो हाँ ते जिदण दा जम्मिया इस तरह ही आ जिहड़ा पेचिस जी दूर नहीं हुंदी ते मैं तो नरक च पई हां। देखो इहदा लगन शगन कैसा है, ग्रह दशा ते आ चांदी दा रुपया ले ला ते साडे नाल फिर साडे नगर ते चलो, तुहाडी पूरी पूजा प्रतिष्ठा कर देंगे, इहदा सारा दसो हिसाब किताब। वो पंडितां दे जिवें हुंदा वो गीटे जे इधर उधर कमाए, पत्तरी दे इधर उधर बकरे वरके फरोल के देखे। कहने लगे माता इहदा तू फिक्र न कर, ये जेड़े पासे भी गए उधर ही कामयाब होंगे, चाहे समाजिक पक्ष है, व्यवहारक है, राजनीतिक है, धार्मिक है, पर ज्यादा लक्षण इन्हों दे
ਧਰਮ ਦੇ ਹੈਗੇ ਆ। ਸੋ ਇਸ ਵਾਸਤੇ ਇਹ ਕੋਈ ਮਹਾਨ ਸਾਧੂ ਬਣਨਗੇ ਅਤੇ ਤੁਹਾਡੀ ਕੁੱਲ ਨੂੰ ਇੱਜ਼ਤ ਪਵਿੱਤਰ ਕਰਨਗੇ। ਅਤੇ ਕਮਾਈਆਂ ਨੂੰ ਹੁੰਦਾ ਵੀ ਪੰਡਤ ਲੋਕ ਲਾਲਚ ਵਿੱਚ ਕਈ ਵਾਰੀ ਜ਼ਿਆਦਾ ਵੀ ਵਡਿਆਈ ਕਰ ਕੁਰ ਜਾਂਦੇ ਆ। ਉਹ ਕਹਿੰਦੇ ਚਲੋ ਠੀਕ ਹੈ। ਉਹ ਦੱਸਣ ਤੋਂ ਬਾਅਦ ਕੁਦਰਤੀ ਫਿਰ ਪੇਸ਼ਿਸ਼ ਜਿਹੜੀ ਸੀ ਨਾ ਉਹ ਰੁਕ ਗਈ ਅਤੇ ਉਹਨਾਂ ਨੂੰ ਥੋੜ੍ਹਾ ਯਕੀਨ ਵੀ ਹੋ ਗਿਆ ਦਵਾਈ ਦਾ ਪ੍ਰਭਾਵ ਲੈ ਲਓ ਅਤੇ ਬਾਕੀ ਮਾਰਨ ਨੂੰ ਕੋਈ ਉਹ ਵਿਧੀ ਬਣਾਉਣੀ ਹੁੰਦੀ ਉਹ ਨਾਲ ਲੈ ਕੇ ਨਗਰ ਨੂੰ ਆ ਗਈਆਂ। ਉਦੋਂ ਪੈਦਲ ਹੀ ਹੁੰਦਾ ਸੀ ਸਾਰਾ, ਜ਼ਿਆਦਾ ਸਵਾਰੀਆਂ ਘੱਟ ਹੁੰਦੀਆਂ ਸੀ। ਜਿਹੜੇ ਨਗਰ ਦੇ ਨੇੜੇ ਆਏ ਉਹ ਪੰਡਤ ਜਿਹੜਾ ਸੁੱਤਿਆ ਦਰਿਸ਼ਟ ਹੋ ਗਿਆ ਅਤੇ ਉਹ ਤੋਂ ਬਾਅਦ ਫਿਰ ਉਹ ਰੋਗ ਨਹੀਂ ਰਿਹਾ। ਬਸ ਫਿਰ ਬਚਪਨ ਦਾ ਪਾਲਣਾ ਪੋਸ਼ਣਾ ਹੋਇਆ। ਫਿਰ ਉਹਨਾਂ ਦਿਨਾਂ 'ਚ ਆਮ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਕਹਿੰਦੇ ਸੀ ਕਿ ਮਹਾਰਾਜ ਦੇ ਲੜ ਲਾਉਣਾ, ਫਿਰ ਅੰਥਿਆ ਵਗੈਰਾ ਸ਼ੁਰੂ ਕਰ ਦੇਣੀ ਅਤੇ ਨਿਤਨੇਮ ਦੀ ਜਾਂ ਹਿੰਮਤ ਹੋਵੇ ਤਾਂ ਪਾਠ ਦਾ, ਜਾਂ ਪਿੰਡਾਂ 'ਚ ਫਿਰ ਪਾਠਸ਼ਾਲਾ ਹੁੰਦੀਆਂ ਸੀ ਬੁਨਿਆਦੀ ਵਿੱਦਿਆ ਦੀ, ਅਤੇ ਉਦੋਂ ਉਰਦੂ ਪ੍ਰਧਾਨ ਹੁੰਦਾ ਸੀ। ਅਤੇ ਇਸ ਤਰ੍ਹਾਂ ਫਿਰ ਆਪੋ ਆਪਣੀ ਸਮਰੱਥਾ ਨਾਲ ਅਤੇ ਗੁਰਦੁਆਰਿਆਂ 'ਚ ਗ੍ਰੰਥੀ ਸਿੰਘ ਵਿਦਵਾਨ ਹੁੰਦੇ ਸੀ, ਉਹਨਾਂ ਤੋਂ ਸਿੱਖਿਆ ਲੈਣੀ, ਜਾਂ ਸਕੂਲਾਂ 'ਚ ਫਿਰ ਜਿੰਨਾ ਕਿਸੇ ਦਾ ਹਿਸਾਬ ਕਿਤਾਬ ਉਹਦੇ ਮੁਤਾਬਕ। ਇਸ ਤਰ੍ਹਾਂ ਪਹਿਲੀ ਕਿਰਿਆ 'ਚ ਫਿਰ ਉਹ ਆਪਣੇ ਮਾਤਾ ਪਿਤਾ ਨਾਲ ਵੀ, ਕਿਉਂਕਿ ਆਮ ਕਿਸਾਨਾਂ ਦੇ ਜ਼ਿਮੀਂਦਾਰਾਂ ਹੁੰਦਾ, ਹੱਥ ਵਟਾਉਂਦੇ ਰਹੇ। ਅਤੇ ਆਪ ਜੀ ਦਾ ਜਿਹੜਾ ਜਨਮ ਹੈ ਉਹ ਆਪਣੇ 1899 ਅੰਗਰੇਜ਼ੀ ਹੈ ਔਰ 3 ਮਈ ਹੈ। ਅਤੇ ਪਿਤਾ ਸਰਦਾਰ ਨਰਾਇਣ ਸਿੰਘ, ਮਾਤਾ ਰਾਜਪੁਰ ਦੇ ਗ੍ਰਹਿ ਵਿਖੇ ਉਹਨਾਂ ਦਾ ਇਹ ਜਨਮ ਹੋਇਆ ਸੀ, ਨਗਰ ਲੰਗੇਰੀ, ਹਲਕਾ ਮਾਲਪੁਰ, ਜ਼ਿਲ੍ਹਾ ਹੁਸ਼ਿਆਰਪੁਰ। ਔਰ ਫਿਰ ਆਪ ਜੀ ਤਕਰੀਬਨ 1907 ਦੇ ਵਿੱਚ ਫੌਜ ਵਿੱਚ ਭਰਤੀ ਹੋਏ। ਕੁਦਰਤੀ ਆਪ ਜੀ ਦੀ ਜਿਹੜੀ ਪਲਟਣ ਸੀ ਉਹ ਫਿਰ ਹੋਤੀ ਮਰਦਾਨ, ਅੱਜ ਪਾਕਿਸਤਾਨ 'ਚ ਰਹਿ ਗਿਆ, ਹੋਤੀ ਨਗਰਿਆ ਦੇ ਮਰਦਾਨ ਛਾਉਣੀ ਆ ਫੌਜ ਦੀ, ਉੱਥੇ ਪਲਟਣ ਚਲੀ ਗਈ। ਅਤੇ ਸਰਦਾਰ ਜਵਾਲਾ ਸਿੰਘ ਸੂਬੇਦਾਰ ਸੀ, ਉਹ ਲੌਕਾ ਪਿੰਡ ਆ ਤਰਨ ਤਾਰਨ ਦੇ ਹਲਕੇ 'ਚ, ਉਸ ਨਗਰ ਦੇ ਸੀਗੇ। ਉਹ ਸਤਸੰਗੀ ਸੀਗੇ ਅਤੇ ਉੱਥੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਉਸ ਵੇਲੇ ਬਾਬਾ ਕਰਮ ਸਿੰਘ ਦੇ ਸਥਾਨ 'ਤੇ ਸੇਵਾ ਨਿਭਾਉਂਦੇ ਸੀ। ਉਹ ਫਿਰ ਐਤਵਾਰ ਜਿਵੇਂ ਬਾਬਾ ਕਰਮ ਸਿੰਘ ਦੀ ਫੌਜ 'ਚ ਰਹਿਣ ਕਰਕੇ ਫੌਜੀ ਸਿੰਘ ਕਾਫੀ ਸ਼ਰਧਾ ਰੱਖਦੇ ਸੀ ਅਤੇ ਐਤਵਾਰ ਨੂੰ ਜ਼ਰੂਰ ਫੌਜੀ ਸਿੰਘ ਜਾਂਦੇ ਸੀ। ਸਿੰਘ ਵੀ ਤਿਆਰ ਸੀ, ਕੋਈ ਰੋਮਾਂ ਦੀ ਬੇਅਦਬੀ ਨਹੀਂ, ਅੰਮ੍ਰਿਤ ਹਰੇਕ ਛਕਦਾ ਸੀ ਫੌਜ 'ਚ। ਅਤੇ ਹੁਣ ਤਾਂ ਬੜੀ ਢਿੱਲ ਪੈ ਗਈ ਹੈ। ਉਹ ਐਤਵਾਰ ਨੂੰ ਫਿਰ ਉੱਥੇ ਜਾਂਦੇ ਹੁੰਦੇ ਸੀ। ਕੁਦਰਤੀ ਉਹਨਾਂ ਨੇ ਬਾਬਾ ਸਿੰਘ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਹੁਣ ਤਾਂ ਆਪ ਜੀ ਦਰਸ਼ਨ ਕਰਦੇ ਹਾਂ, ਇਹ ਫਰੰਟੀਅਰ ਦਾ ਇਲਾਕਾ, ਜਦੋਂ ਅਸੀਂ ਇੱਧਰ ਪੰਜਾਬ ਦੇ ਇਲਾਕੇ 'ਚ ਆਵਾਂਗੇ ਉੱਧਰ ਵੀ ਸਾਨੂੰ ਦੱਸੋ ਕੋਈ ਪਹੁੰਚਿਆ ਮਹਾਂਪੁਰਖ ਹੋਵੇ, ਬ੍ਰਹਮਵੇਤਾ, ਬ੍ਰਹਮਵਿਤ ਬ੍ਰਹਮ ਭਗਤੀ, ਜਿਹੜਾ ਬ੍ਰਹਮ ਦਾ ਸਰੂਪ ਹੋਵੇ, ਉਹਨਾਂ ਦੀ ਸੰਗਤ ਕਰ ਲਿਆ ਕਰੀਏ। ਮਹਾਂਪੁਰਖ ਜਾਣੇ ਜਾਣ ਹੁੰਦੇ। ਉਹ ਕਹਿੰਦੇ ਦੂਰ ਜਾਣ ਦੀ ਕੀ ਲੋੜ ਹੈ, ਤੇਰੀ ਫੌਜ ਤੇਰਾ ਹੀ ਸਰਨਾਮੀਆਂ ਕਰੰਗ ਰੂਟ ਆਇਆ, ਉਹ ਸਾਡਾ ਹੀ ਰੂਪ ਹੈ। ਦੇਖੋ ਮਹਾਂਪੁਰਖਾਂ ਨੇ ਉਵੇਂ ਤਾਂ ਦੇਖਿਆ ਸੁਣਿਆ ਨਹੀਂ, ਨਾ ਕਦੇ ਇੱਧਰ ਆਏ ਸੀ। ਉਹਨਾਂ ਨੂੰ ਅਨੁਭਵ ਹੁੰਦਾ, ਜਿਵੇਂ ਹੱਥ ਦੀ ਤਲੀ 'ਤੇ ਪਿਆ ਔਲਾ ਨਜ਼ਰ ਆਉਂਦਾ। ਤਿੰਨਾਂ ਲੋਕਾਂ 14 ਭਵਨਾਂ 'ਚ ਬ੍ਰਹਮੰਡਾਂ ਖੰਡਾਂ ਵਿੱਚ ਹੋਣ ਵਾਲੀ ਸਾਰੀ ਗੱਲ ਦਾ ਉਹਨਾਂ ਨੂੰ ਗਿਆਨ ਹੁੰਦਾ। ਅਤੇ ਜਦੋਂ ਹੁਣ ਤੁਸੀਂ ਆਉਣਾ ਨਾ ਐਤਵਾਰ, ਉਹਨੂੰ ਨਾਲ ਲੈ ਕੇ ਆਇਓ। ਉਹ ਫਿਰ
सूबेदार जी आए, पड़ताल की, मिल गए। तो कहन लगे उदों तो सिपाही सी ना, कि तुहानूं महापुरखों ने उत्थे बुलाया। वो कहने लगे मैं तो उन्होंने दर्शन नहीं किए, उन्होंने जानता नहीं, तो बहुत आए भी नहीं, तो साधुओं की संगत किवें करनी। तो जदों सूबेदार द्वारा गए, कहते नाल लिया नहीं, कहते महाराज कहा सी ते इस तरह। कहन लगे मैं तो संतां नूं जानदा नहीं, संगत की नहीं। तो संत महाराज कहन लगे उन्होंने कह दे तू नहीं जानदा, असीं तैनूं जाणदे। ते अफसर सी, सिपाही नूं कहना तो मनना ही पैंदा। फिर वो लै गए। तो जदों गए तो संत महाराज ने कृपा कटाख लोकन कीनू दास का दुख वधारू। जिमें दीवा बत्ती तैयार हुए ना, तेल ला दईए उदों ही प्रकाश हो जाता। तो जिन्हां ते पिछले जन्मां दे पुण्य हुंदे है, कमाई कीती हुंदी है, एक सिर्फ अगियान दा पड़दा हुंदा, मल विक्षेप नहीं हुंदे, ਉਹ ਮਹਾਂਪੁਰਖਾਂ ਦੀ ਦ੍ਰਿਸ਼ਟੀ ਨੇ ਅਵਰਨ ਦੂਰ ਹੋ ਕੇ ਤਤਕਾਲ ਗਿਆਨ ਹੋ ਜਾਂਦਾ। ਤੇ ਜਿਨ੍ਹਾਂ ਦੇ ਮਲ ਵਿਖੇਪ ਹੈ ਉਹਨਾਂ ਨੂੰ ਫਿਰ ਉਹ ਸਾਧਨ ਕਰਾਉਂਦੇ। ਤੇ ਜਿਨ੍ਹਾਂ ਦਾ ਫਿਰ ਇਸ ਤਰ੍ਹਾਂ ਹੋਏ, ਭਾਂਡਾ ਤਿਆਰ ਹੋਏ, ਸਾਫ਼ ਹੋਵੇ, ਜਲਦੀ ਵਸੂ ਪੈ ਜਾਂਦੀ। ਇਹ ਹਰੇਕ ਦਾ ਵੱਖਰਾ ਵੱਖਰਾ, ਹਰੇਕ ਨਹੀਂ ਕਿ ਉਹਨੂੰ ਇੰਨੀ ਛੇਤੀ ਹੋ ਗਿਆ ਮੈਨੂੰ ਨਹੀਂ ਹੋਇਆ, ਇਹ ਆਪੋ ਆਪਣੀ ਕਮਾਈ ਤੇ ਹੈ। ਸੋ ਇਸ ਵਾਸਤੇ ਫਿਰ जिले उन्हें नेत्रा नेत्र मिलाए, अज्ञानता का पर्दा दूर करता, प्रकाश हो गया। तो वाकया ही मैं तो कई जन्मां तो इन्हां दा सेवादार हाँ, क्योंकि पुराने संबंध तुरे आउंदे, एवें कौन किस को आउंदा जांदा, पिछला लैण देण हुंदा सारा, दुनियावी तौर पर भी परमार्थी तौर पर जिथे जिथे कोई लैण देण आ वो विधि विधाता आपे ही बना लैंदा, बनया नहीं बनदी, कुदरती सारा ऑटोमैटिक ही ਹੁੰਦਾ ਤੁਰਿਆ ਜਾਂਦਾ। ਸੂਰਜ ਸਮੇਂ ਨਾਲ ਚੜ੍ਹਦਾ ਛੁਪਦਾ, ਰੁੱਤਾਂ ਸਮੇਂ ਨਾਲ ਬਦਲਦੀਆਂ ਰਹਿੰਦੀਆਂ। ਹੁਣ ਦੇਖੋ ਪਹਿਲਾਂ ਮਾਤਾ ਦੇ ਉਦਰ 'ਚ ਬਾਲਕ ਦੀ ਫਿਰ ਨਿਮਣ ਦੀ ਕਿਰਿਆ, ਜੰਮਣ ਦੀ ਕਿਰਿਆ, ਬਾਲ ਅਵਸਥਾ, ਸ਼ਿਸ਼ੂ, ਫਿਰ ਇਸ ਤਰ੍ਹਾਂ ਹੀ ਪ੍ਰੌਢੀ ਅਵਸਥਾ ਆ ਜਾਂਦੀ ਹੈ, ਜਵਾਨੀ ਆ ਜਾਂਦੀ ਹੈ, ਅੱਧ ਖੜ ਆਉਂਦੀ ਹੈ, ਬੁਢਾਪਾ, ਮੌਤ ਆ ਜਾਂਦੀ ਹੈ, ਜਾਂ ਜਿਵੇਂ ਵੀ ਮਹਾਰਾਜ ਦਾ ਹੁਕਮ ਹੋਵੇ ਕਿਰਿਆ ਵਰਤਦੀ ਰਹਿੰਦੀ। इस तरह इन्हां अवस्था च विचरदा है, सारा ऑटोमैटिक ही हो रहा, परमेश्वर के हुक्म च ही हो रहा है सारा। सो इस तरह ही सारा लैण देण जो ਉਹਦੇ ਭਾਣੇ ਰਜ਼ਾ ਵਿੱਚ ही चलदा सारा, ਜਿਹਦੇ ਨਾਲ ਮਿਲਾਪ होना, ਜਿਹਨਾਂ ਵਿਛੋੜਾ होना, संजोगी कर मैं मेल हो जाता, विजोगी होंदा विछड़ जाता। सो इस तरह जदों होया फिर उन्हें लंबे पै के दंडवत प्रणाम की, बड़ा लंबा समा इस तरह ही वो लेटे रहे। कहते महाराज प्यो तो उठे ही नहीं, कहते कहते जानते नहीं, जो अपने मूहों कहेंगे असीं जानते हैं, फिर आपे उठ पड़नगे। फिर संत महाराज ने अपना पवित्र जिहड़ा चरण सी उन्होंने दे छुआया मस्तक नूं, आगम निगम की सोझी हो गई। कहने लगे महाराज हुण मैं दुनियावी नौकरी नहीं करनी, हुण तां तुहाडी सेवा करांगा। कहने लगे हाले 5 साल ये फौज की नौकरी होर करनी है, तो उस तो बाद फिर ये मेरे निरंकार का हुक्म होएगा। तो तुहाडी संगत करके भी फिर काफ़ी संगतां दा भला होएगा। फिर महापुरखां ने उन्होंने गुरसिक्खी की दात, अमृत की दात बख्शी और नाम बनी दे अभ्यास की युगति बारे समझाई, और हर तरह उन्होंने संपन्न कर दिता। जिवें भरत जी ने कहा ना, भरत जी ने अमृत वचन की बृष्ट कर कृपा दृष्ट के साथ ऊप पै विचरत पै बिरथा न साध मलाप। साधु का मलाप व्यर्थ नहीं जाता, पूरे महापुरख जिहड़े बस फिर गाय हो गए, जो छुट्टी होनी उत्थे ही आना सेवा करनी। फिर तकरीबन अपने 1917 में फिर उन्होंने अपने उधर रिजाइन करके
फिर महापुरखों की वो सेवा च आ गया। क्यों जी जर्मन की लड़ाई हुई ਉਹਦੇ 'ਚ भी वो गए तो उत्थे भी दरिया जमे बर्फ बन के इशनान करना तो फौज विच अमृत छकाउणा शुरू किया। नितनेमी प्रेमी बनाए, मां शराबां छडाइयां, गुरसिख बनाए। उन्हें शिकायत हुई पे इस तरह जंग का टाइम है तो छड़ाई जाती। कहते साहब की कराउणा? कहते जित। कहते साडी जिहड़ी पलटन है 14 पलटन एक पासे होई, युद्ध करा के देख लो। ਉਹ ਜਿਹੜੀ ਮਹਾਂਪੁਰਖਾਂ ਦੀ ਅੰਮ੍ਰਿਤਧਾਰੀ ਪਲਟਨ ਸੀ, ਨਿਤਨੇਮੀ ਪ੍ਰੇਮੀ, 14 ਨਾਲ ਮੁਕਾਬਲਾ ਕਰਾਇਆ, 14 ਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਦਾ ਫਿਰ ਵਿਸ਼ਵਾਸ ਹੋ ਗਿਆ। ਫਿਰ ਉਹ ਬੜੀ ਸ਼ਰਧਾ ਹੋਈ। ਅਫਸਰ ਸੀ ਜਿਹੜਾ ਉਹਨਾਂ ਦਾ ਗੋਰਾ, ਉਹਨੇ ਫਿਰ ਆਪਣੇ ਦਫ਼ਤਰ 'ਚ ਬੁਲਾਇਆ। ਉਹ ਬੁੱਕ 'ਚ ਲਿਖ ਕੇ ਰੱਖਿਆ ਸੀ ਜਵਾਲਾ ਸਿੰਘ ਦੀ ਗੁੱਡਮੈਨ। ਹੁਣ ਸੰਤ ਅੰਗਰੇਜ਼ੀ ਤੋਂ ਪੜ੍ਹੇ ਨਾ ਤੇ ਹੁਣ ਸੀ ਵੀ ਜੇ ਇਹਨਾਂ ਨੂੰ ਅੰਤਰਜਾਮਤਾ ਦੱਸਣ ਬੁੱਕ ਦੇ ਕਿੰਨੇ ਪੇਜ ਤੇ ਕਾਰਡ ਤੇ ਮੈਂ ਕੀ ਲਿਖ ਕੇ ਰੱਖਿਆ। ਉਹ ਜਿਹੜਾ ਕੁਰਸੀ ਹੜ ਖੜਾ ਹੋ ਗਿਆ ਇੱਥੇ ਬੈਠ ਕਹਿੰਦੇ ਮਹਾਰਾਜ ਤੁਸੀਂ ਸਾਡੇ ਅਫਸਰ ਆ, ਅਸੀਂ ਤੁਹਾਡੇ ਸਿਪਾਹੀ ਤੇ ਫਿਰ ਤੁਸੀਂ ਮੈਨੂੰ ਇਸ ਕਮਰੇ 'ਚ ਸੱਦਿਆ। ਉਹ ਕਾਰਡ ਤੇ ਲਿਖਿਆ ਜਵਾਲਾ ਸਿੰਘ ਦੀ ਗੁੱਡਮੈਨ ਫਲਾਣੇ ਪੇਜ ਦੇ ਉੱਤੇ ਹੈ। ਫਿਰ ਉਹਦੀ ਬੜੀ ਸ਼ਰਧਾ ਹੋਈ। फिर वो कहता भी करैक्टर का की अर्थ है, संत अपने चाइल्ड का की अर्थ है। संत कहते भी तुहाडी भाषा में चाइल्ड बच्चे नूं कहंदे ये 5 अखरां दा सुमेल तो बनदा। सी तो करैक्टर ते बंदे दा चाल चलन सही जाएगा ते जिहदा चाल चलन सही है उसदी हैल्थ सेहत भी चंगी रहिंदी है और ਉਹਦੇ ਚਿਹਰੇ ਦਾ ਤੇਜ ਰਹਿੰਦਾ। ਜਿਹੜਾ ਇੰਦਰੀਆਂ ਜਤ ਬੰਦਾ ਬ੍ਰਹਮਚਾਰੀ ਜਤੀ ਸਤੀ ਆਈ ਤੋਂ ਇੰਡੀਵਿਜੂਅਲ ਸਾਰਿਆਂ 'ਚ ਇੱਕ ਆਤਮਾ ਦੇਖਣ, ਦਵੈਸ਼ ਤੋਂ ਰਹਿਤ ਹੋਣਾ। ਤੇ ਜਦੋਂ ਸਾਰਿਆਂ 'ਚ ਇੱਕ ਦੇਖਦਾ ਤੇ ਲਵ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਪ੍ਰੇਮ ਕਰਨਾ ਚਾਹੀਦਾ। ਔਰ ਡੀਮਨ ਡਿਸਿਪਲਿਨ ਤੇ ਡਿਸਿਪਲਿਨ ਵਿੱਚ ਨਿਯਮ ਵਿੱਚ ਮਰਜ਼ਾਦਾ 'ਚ ਰਹਿਣਾ ਚਾਹੀਦਾ। ਕਿਰਾਏ ਤੋਂ ਬਚਣਾ, ਰਹਿ 'ਚ ਪੱਕ ਰਹਿਣਾ। ਇਹ 5 ਅੱਖਰਾਂ ਦੇ ਸੁਮੇਲ ਤੋਂ ਚਾਈਲਡ ਬਣਨਾ। ਜਿਹ 'ਚ 5 ਗੁਣ ਆ ਜਾਣ ਉਹ ਬੱਚਾ ਕਾਮਯਾਬ ਹੈ। ਜਿਹ 'ਚ 5 ਗੁਣ ਨਹੀਂ ਉਹ ਰਿਹਾ ਆਪੋ ਆਪਣੇ ਕਰਮਾਂ ਨਾਲ ਜਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ ਉਹ ਭੋਗਦਾ ਭਗਾਉਂਦਾ। ਜਦੋਂ ਖੜਾ ਹੋ ਗਿਆ ਬੜਾ ਖੁਸ਼ ਹੋਇਆ। ਫਿਰ ਉਹ ਜਰਮਨ ਨਾਲ ਲੜਾਈ ਸੀ, ਹੋਰ 'ਚ ਫਤਿਹ ਹੋ ਗਿਆ। ਜਿੱਧਰ ਆਉਣਾ ਸੀ ਉਦੋਂ ਸਮੁੰਦਰੀ ਬੇੜੇ ਜ਼ਿਆਦਾ ਸੀ। ਉਹ ਕੁਦਰਤੀ ਸੰਤਾਂ ਨੇ ਆਪਣੇ ਸੇਵਾਦਾਰਾਂ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਵਿਧੀ ਨੂੰ ਪੁਰਾਤਨ ਮਰਜ਼ਾਦਾ ਜਪਜੀ ਸਾਹਿਬ ਮੂਲ ਮੰਤਰ ਪਾਠ ਰੱਖਤਾ। ਉਹ ਕੁਦਰਤੀ ਬੇੜੇ ਦੀ ਥੱਲੇ ਦੀ ਛੱਤ ਕੋਈ ਸਰਾਖ ਹੋ ਕੇ ਪਾਣੀ ਭਰਨ ਲੱਗ ਗਿਆ। ਜਦੋਂ ਸਾਹਿਬ ਨੂੰ ਦੱਸਿਆ ਉਹ ਕਹਿਣ ਲੱਗੇ ਕਿ ਕੇਸਲੀਆਂ 'ਚ ਸਾਰੇ ਜਵਾਨ ਬਾਹਰ ਕੱਢੋ ਤੇ ਹੁਣ ਤਾਂ ਬਚਾਅ ਮੁਸ਼ਕਿਲ ਹੈ। ਸੰਤਾਂ ਨੂੰ ਕਿਹਾ, ਉਹ ਕਹਿੰਦੇ ਅਸੀਂ ਤਾਂ ਪਾਠ ਰੱਖਿਆ ਆ ਕਿ ਬੇੜਾ ਬੰਨੇ ਲੱਗੇ, ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਜਹਾਜ ਚੜ੍ਹੇ ਸੁਤਰੇ ਪਾਰ, ਜੋ ਸ਼ਰਧਾ ਕਰਸੇ ਹੁੰਦੇ ਗੁਰੂ ਨਾਨਕ ਪਾਰੋ ਤਰਨਾ। ਪਰ ਹੁਣ ਆਮ ਇਨਸਾਨ ਨੂੰ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਇੱਕ ਬੁੱਕ ਆ, ਪਰ ਸਾਡਾ ਇਸ਼ਟ ਗੁਰੂ ਹੈ, ਅਸੀਂ ਇਹਨੂੰ ਗੁਰਬਾਣੀ ਨੂੰ ਅਕਾਲ ਪੁਰਖ ਦਾ ਸਰੂਪ ਸਮਝਦੇ ਹਾਂ, ਜਿਹਦਾ ਵਿਸ਼ਵਾਸ। ਕਹਿੰਦੇ ਅਸੀਂ ਤਾਂ ਵੀ ਪਾਠ ਰੱਖਿਆ, ਉਹ ਖੰਡਿਆ ਖੰਡਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਹੁਣ 3 ਦਿਨ ਇਸ ਤਰ੍ਹਾਂ ਚੱਲੇਗਾ ਤੇ ਮਹਾਰਾਜ ਕਿਰਪਾ ਕਰਨਗੇ। ਉਹ ਜਦੋਂ ਸੰਤਾਂ ਦ੍ਰਿੜ ਵਿਸ਼ਵਾਸ ਕਈ ਤੱਕ ਚਲੇ ਗਏ ਤੇ ਕਈ ਸੇਦੇ ਵਾਲੇ ਬੈਠੇ ਰਹੇ। ਇੰਨੇ ਨੂੰ ਫਿਰ ਉਹਨਾਂ ਨੂੰ ਧੰਨ ਧੰਨ ਬਾਬਾ ਮਹਾਰਾਜ ਦਰਸ਼ਨ ਹੋਏ। ਬਰਛੀ ਫੜੀ ਸੀ, ਕੋਈ ਹੱਥ ਨਾਲ ਜਿਵੇਂ ਮਗੋਰਾ ਜਿਹਾ ਬੰਦ ਕਰਦੇ ਜਿਹੜਾ ਸਰਾਖ ਸੀ, ਉਹ ਨਿਰੰਕਾਰੀ ਕਿਰਪਾ ਹੋ ਗਈ। ਜਿਹੜਾ ਪਾਣੀ ਪਿਆ ਉਹ ਕੱਢ ਦਿੱਤਾ, ਜਹਾਜ਼ ਸਹੀ ਹੋ ਗਿਆ, ਡਾਮਨਡੋਲ ਤੋਂ ਬਚ ਗਿਆ, ਬੰਨੇ ਲੱਗ ਗਏ। ਫਿਰ ਉਹ ਜਿਹੜਾ ਅਫਸਰ ਸੀ ਬੜੀ ਸ਼ਰਧਾ ਹੋਈ ਗੋਰੇ ਦੀ, ਉਹਦੇ ਬਚਾਉਣਾ ਸੀ। ਉਹ ਕਹਿੰਦਾ ਜੀ ਅਰਦਾਸ ਕਰੋ। ਕਹਿੰਦੇ ਸਵੇਰੇ ਮੇਮ ਸਾਹਿਬ ਨਾਲ ਲੈ ਆਇਓ,
ਕੜਾ ਪੰਦੇ ਕਰਾਂਗੇ। ਸੋਗਣ ਪਾਠ ਕਰਕੇ ਅਰਦਾਸ ਕਰਕੇ ਹਲ ਝੋਲੀ ਪਾਇਆ, ਨਾਲ ਦੱਸਿਆ ਇਹ ਧੰਨ ਗੁਰੂ ਨਾਨਕ ਸਾਹਿਬ ਤੇ ਸ਼ਰਧਾ ਰੱਖਣੀ, ਤੇ ਜਿਹੜਾ ਬੱਚਾ ਤੁਹਾਡੇ ਮਹਾਰਾਜ ਨੂੰ ਮਿਲੇ ਤੇ ਉਹਦੇ ਰੋਮਾਂ ਦੀ ਬੇਅਦਬੀ ਨਾ ਕਰਿਓ। ਤੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਧਰਮ ਬਦਲੋ, ਜਿੱਥੇ ਤੁਹਾਡਾ ਹੈ ਅਕੀਦਾ ਉੱਥੇ ਰਹੋ। ਤੇ ਪਰ ਗੁਰੂ ਨਾਨਕ ਸਾਹਿਬ ਦੇ ਕੋਲੋਂ ਦਾਤ ਮਿਲੀ ਹੈ, ਇਹ ਮੋਹਰ ਛਾਪ ਰੱਖੀ। ਅੱਜ ਕੱਲ੍ਹ ਅਸੀਂ ਹੁਣ ਬੇਰ ਸਾਹਿਬ ਅਰਦਾਸਾਂ ਕਰਾ ਕੇ ਬੱਚੇ ਲੈ ਲੈਂਦੇ ਹਾਂ, ਬਾਅਦ 'ਚ ਰੋਮਾਂ ਦੀ ਬੇਅਦਬੀ ਕਰਦੇ ਹਾਂ, ਨਸ਼ਾ ਪੱਤੇ ਹੋਰ ਗਲਤੀਆਂ ਕਰਦੇ ਹਾਂ, ਫਿਰ ਦੁੱਖ ਭੋਗਦੇ ਹਾਂ। ਔਰ ਗੁਰੂ ਘਰੋਂ ਦਾਤ ਲੈ ਕੇ ਵੈਸੇ ਤਾਂ ਹਰੇਕ ਵਾਸਤੇ ਹੀ ਗੁਰਸਿੱਖ ਲਈ ਨਿਯਮ ਹੈ, ਤੇ ਜਿਨ੍ਹਾਂ ਨੂੰ ਮਹਾਰਾਜ ਦੇ ਘਰੋਂ ਮਿਲਦੇ ਤਾਂ ਮਹਾਰਾਜ ਵੱਲੋਂ ਹੀ ਅਰਦਾਸ ਕਰਕੇ ਲੈਂਦੇ, ਉਹਨਾਂ ਨੇ ਤਾਂ ਫਿਰ ਬਿਲਕੁਲ ਹੀ ਪਰਪੱਕ ਰਹਿਣਾ ਚਾਹੀਦਾ। ਫਿਰ ਉਹ ਸਮੇਂ ਨੇ ਇਸ ਤਰ੍ਹਾਂ ਉਹਦੇ ਫਿਰ ਮਹਾਰਾਜ ਦੀ ਕਿਰਪਾ ਨਾਲ ਬੱਚਾ ਮਿਲਿਆ, ਤੇ ਫਿਰ ਉਹਦਾ ਵਿਸ਼ਵਾਸ ਹੋ ਗਿਆ ਕਿ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਅੰਮ੍ਰਿਤ ਰੂਪ ਹੈ, ਇਹਦੇ 'ਚ ਬਰਕਤ ਹੈ। ਸੋ ਇਸ ਤਰ੍ਹਾਂ ਫਿਰ ਉਹ ਬਾਅਦ ਵਿੱਚ ਕੁਝ ਰਹੇ। 1917 'ਚ ਫਿਰ ਉਹ ਰਿਜ਼ਾਈਨ ਕਰਕੇ ਤੇ ਹੋਤੀ ਮਰਦਾਨ ਡੇਰੇ ਪੰਦਨ ਬਾਬਾ ਆਸੂ ਮਹਾਰਾਜ ਦੇ ਚਰਨ 'ਚ ਆ ਗਏ। ਇੱਥੇ ਆ ਕੇ ਫਿਰ ਉਹ ਖੇਤੀ ਵੀ ਕਰਦੇ ਰਹੇ, ਲੰਗਰ 'ਚ ਵੀ ਸੇਵਾ ਕਰਦੇ ਰਹੇ, ਮਹਾਂਪੁਰਖਾਂ ਦੀ ਹਜ਼ੂਰੀ ਸੇਵਾ ਵੀ ਕਰਦੇ ਰਹੇ। ਫਿਰ ਸੰਤ ਬਾਬਾ ਬਿਸ਼ਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੈਨ ਵਾਲੇ ਮਹਾਂਪੁਰਖ, ਉਹਨਾਂ ਦੇ ਉਚਾਰਨ ਸੇਵਕ ਸੀ, ਤੇ ਬਾਬਾ ਜੀ ਦੇ ਪਿੰਡ ਦੇ ਸੀ ਨੰਗਲ ਦੇ, ਇਹ ਮਾਲਪੁਰ ਦੇ ਇਲਾਕੇ ਜੋ ਪਿੰਡ ਆ ਛੋਟਾ ਨੰਗਲ, ਉਹ ਸੰਤ ਬਿਸ਼ਨ ਸਿੰਘ ਜੀ ਵੀ ਜਨਮ ਤੋਂ ਸਾਧੂ ਸੀਗੇ, ਮਹਾਂਪੁਰਖ ਸੀਗੇ। ਉਹ ਆਪਣੇ ਖੇਤ 'ਚ ਹੀ ਕੁਟੀਆ ਬਣਾ ਕੇ ਰਹਿੰਦੇ ਸੀ, ਤੇ ਉਹ ਪਹਿਲੀ ਉਮਰ 'ਚ ਕਿਤੇ ਦੋਨੋਂ ਇਕੱਠੇ ਉੱਥੇ ਡੱਬਰੀ 'ਚ ਪਸ਼ੂ ਚਾਰਦੇ ਰਹੇ। ਮੁੱਢਲਾ ਪ੍ਰੇਮ ਸੀ, ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕਿ ਸੰਤਾਂ ਬਾਰੇ ਪਿਓ ਸਾਧੂ ਹੋ ਗਿਆ। ਉੱਥੇ ਹੋਤੀ ਮਰਦਾਨ ਆ ਗਿਆ। ਉਹ ਹੋਤੀ ਮਰਦਾਨ ਦਰਸ਼ਨ ਕਰਨ ਗਿਆ ਸੀ ਸੰਗਤਾਂ ਨੂੰ। ਉੱਥੇ ਲੰਗਰ 'ਚੋਂ ਨਹੀਂ ਭਾਂਡੇ ਮਾਂਜਦੇ ਰਹਿਣਾ, ਵਸਤਰਾਂ ਦੀ ਵੀ ਕੋਈ ਪਰਵਾਹ ਨਹੀਂ। ਤੇ ਜਿਹੜੇ ਉਹ ਦੇਖਿਆ ਵੀ ਇਸ ਤਰ੍ਹਾਂ ਹਾਂਜੀ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਸੇਵਾ ਕਰਦੇ ਆ, ਧੰਨ ਧੰਨ ਬਾਬਾ ਸਿੰਘ ਕਹਿਣ ਲੱਗੇ, ਬਿਸ਼ਨ ਸਿੰਘ ਕੀ ਚਾਹੁੰਦਾ ਮੰਗੋ। ਕਹਿੰਦੇ ਮਹਾਰਾਜ ਹੋਰ ਤਾਂ ਕੋਈ ਨਹੀਂ, ਕਿ ਸੰਤ ਜਵਾਲਾ ਸਿੰਘ ਜੀ ਨੂੰ ਮੇਰੇ ਨਾਲ ਭੇਜ ਦਿਓ। ਮੁੰਡਰਾ ਪਿਆਰ ਸੀ ਨਾ। ਉਹ ਫਿਰ ਮਹਾਂਪੁਰਖ ਬਚਨ ਦੇ ਚੁੱਕੇ ਸੀ, ਆਉਣ ਨੂੰ ਚਿੱਤ ਉਹਨਾਂ ਦਾ ਕਰਦਾ ਨਾ ਸੀ ਕਿ ਸਤਿਗੁਰੂ ਦੀ ਸੇਵਾ ਸਫਲ ਹੈ, ਜੇ ਕੋਈ ਕਰੇ ਚਿੱਤ ਲਾਏ ਇਹ ਛੱਡ ਕੇ ਜਾਵਾਂ। ਪਰ ਉਹ ਮੰਗ ਉਹਨਾਂ ਨੇ ਇਹ ਕੀਤੀ, ਅੰਤਾਂ ਨੇ ਫਿਰ ਹੁਕਮ ਕਰ ਦਿੱਤਾ। ਉਹ ਫਿਰ ਉਹਨਾਂ ਦੇ ਨਾਲ ਆ ਗਿਆ, ਤੇ ਨੰਗਲ ਲਗੇਰੀ ਆਪਣੇ ਨਗਰ ਕੋਈ ਰਹੇ। ਫਿਰ ਇਕਾਂਤ ਜਗ੍ਹਾ ਦੀ ਭਾਲ 'ਚੋਂ ਇਹ ਆਪਣੇ ਇੱਥੇ ਟਕੋਵਾਲ ਪਿੰਡ ਆ ਗਿਆ। ਉੱਥੇ ਬਖੂਹਾ ਸੀ, ਉਹ ਸੰਤ ਲਾਭ ਸਿੰਘ ਨੰਦਾ, ਉਹਨੂੰ ਮਿਲੇ। ਬੀਬੀ ਦੀ ਪੰਡੋਰੀ ਹੁਣ ਚਾਹ ਪਾ ਰੱਖਿਆ ਸੀ। ਕਹਿੰਦੇ ਕੱਲ੍ਹ ਨੂੰ ਨਾ ਭੋਗ ਖਾਵਾਂਗੇ, ਲੰਗਰ ਪਾਣੀ ਛਕਾਂਗੇ, ਨਾ ਤੁਹਾਨੂੰ ਜਗ੍ਹਾ ਕੰਮ ਦਿਖਾ ਦਿਆਂਗੇ। ਉਹ ਫਿਰ ਇਹ ਤਿੰਨਾਂ ਪਿੰਡਾਂ ਦੀ ਜੋ ਹਰਖੋਵਾਲ, ਪਟਰਾਣਾ ਤੇ ਬੀਬੀ ਦੀ ਪੰਡੋਰੀ, ਸਾਈਂ ਖਾਕੀ ਸ਼ਾਹ ਦੀ ਜਗ੍ਹਾ ਸੀ। ਉਹਦੇ ਨੇੜੇ ਜੰਗਲ ਦੇ ਵਿੱਚ ਇੱਕ ਘੁਮਿਆਰ ਸਿੰਘ ਹੋਇਆ, ਤੇ ਉਹ ਮਗਾਣੇ ਪਿੰਡ ਆਪਣਾ ਮੁੰਡਾ ਵਿਆਹ ਕੇ ਆਏ ਸੀ। ਉੱਥੇ ਕਿਤੇ ਵਿਸ਼ਰਾਮ ਕੀਤਾ, ਨਦੀ ਪਾਣੀ ਜਲ ਵਰਤਿਆ, ਤੇ ਥੋੜਾ ਲੇਟ ਗਿਆ। ਤੇ ਉਹ ਪੱਗ ਡੰਡੀ ਜਿਹੀ ਹੁੰਦੀ ਸੀ, ਉਹਦੇ ਜੰਗਲ ਅਸੀਂ ਸਾਰਾ ਦੇਖਿਆ ਪਹਿਲਾਂ, ਤੇ ਹੁਣ ਤਾਂ ਸਾਰੇ ਆਬਾਦੀ ਹੋ ਗਈ। ਅੱਜ ਤਾਂ ਨਾਮ ਨਿਸ਼ਾਨੀ ਜੰਗਲ ਦਾ। ਤੇ ਉਹ ਫਿਰ ਕਿਤੇ ਲੜਕੇ ਦੇ ਸੱਪ ਲੜ ਗਿਆ ਤੇ ਉਹ ਮਰ ਗਿਆ। ਉਹ ਕਹਿੰਦੇ ਵੀ ਕਿੱਥੇ ਲੈ ਜਾਵਾਂਗੇ, ਵੀ ਜੰਗਲ ਲੱਕੜਾਂ ਸੁੱਕੀਆਂ ਆਮ ਤੇ ਇੱਥੇ ਸੰਸਕਾਰ ਕਰ ਦਈਏ। ਉਹ ਜਿਹੜੇ ਸੰਸਕਾਰ ਕਰਨ ਲੱਗੇ ਤੇ ਉਹ ਲੜਕੀ ਚਿਖਾਈ ਨਾਲੇ ਸੜ ਕੇ ਸਤੀ ਹੋ ਗਈ। ਉਹ ਘੁਮਿਆਰਾਂ ਨੇ ਫਿਰ ਉੱਥੇ ਮਟੀ ਬਣਾਤੀ, ਤੇ ਉੱਥੇ ਉਹ ਮਟੀ ਸੀ ਜਗ੍ਹਾ, ਹੋਰ ਕੋਈ ਨਹੀਂ। ਤੇ ਸੰਤਾਂ ਨੇ ਫਿਰ ਉੱਥੇ ਰਹਿਣਾ। ਤੇ ਉਦੋਂ ਉੱਧਰ ਇਲਾਕੇ ਆਏ ਸੀ, ਉਹ ਕੋਠੀ ਹਾਰ ਬਾਣਾ ਹੋਣਾ, ਜਿਵੇਂ ਉਹ ਤਹਿਮਤ ਹੁੰਦਾ, ਲੰਮਾ ਚੋਲਾ ਤੇ ਤੁਰਲੇ ਵਾਲੀ ਪੱਗ, ਤੇ ਸੂਖ ਦੀ ਚਾਦਰ, ਬੜਾ ਸਾਰਾ ਖੂੰਡਾ। ਤੇ ਸੰਤਾਂ ਨੇ 5 ਵਚਨ ਦਿੱਤੇ ਸੀ, ਕਿਰਤਾਂ ਕਿਸੇ ਤੋਂ ਮੰਗਣਾ ਨਹੀਂ, ਮਕਾਨ 'ਚ ਰਹਿਣਾ, ਬ੍ਰਹਮ ਤੇ ਸਾਧੂਆਂ ਦੀ ਸੰਗਤ ਕਰਨੀ ਹੈ, ਔਰ ਕਥਾ ਕੀਰਤਨ
ਨਾਮਣੀ ਦਾ ਅਭਿਆਸ, ਗੁਰੂ ਕਾ ਲੰਗਰ, ਇਹ ਬੰਦ ਨਹੀਂ ਕਰਨਾ। 5 ਵਚਨ ਸੀ। ਉਹ ਫਿਰ ਸੰਤ ਫਿਰ ਇੱਥੇ ਆਏ ਤੇ ਆਮ ਲੋਕਾਂ 'ਚ ਹੋ ਗਿਆ ਇੱਥੇ ਕੋਈ ਬਦਮਾਸ਼ ਡਾਕੂ ਰਹਿੰਦਾ। ਲੋਕ ਡਰਨ ਲੱਗ ਪਏ ਕਿਉਂਕਿ ਜਵਾਨ ਬੜੇ ਸੀ ਨਾ, 6 ਫੁੱਟ 2 ਇੰਚ ਲੰਬਾ ਕੱਦ ਸੀ, ਤਿੱਖੇ ਨਕਸ਼, ਚੜ੍ਹਦੀ ਜਵਾਨੀ ਸੀ ਉਸ ਵੇਲੇ। ਤੇ 1918 'ਚ ਮਤਲਬ ਇੱਥੇ ਆਏ ਉਹ ਜੰਗਲ 'ਚ। ਉਹ ਪਰੇ ਪਟਰਾਣਾ ਪਿੰਡ, ਉੱਥੇ ਮਾਤਾ ਮਾਲਣ ਸੀ, ਸਰਦਾਰ ਬੂਟਾ ਸਿੰਘ ਦੀ ਮਾਤਾ। ਉਹ ਬਾਬਾ ਰਾਮ ਸਿੰਘ ਨਾਮਧਾਰੀਏ ਦੀ ਚੇਲੀ ਸੀ ਤੇ ਵਿਆਹ ਨਾ ਕਰਾਉਂਦੀ। ਬਾਬਾ ਜੀ ਕਹਿਣ ਲੱਗੇ ਵੀ ਤੇਰਾ ਪਿਛਲਾ ਕੋਈ ਸਹਿਯੋਗ ਫਲਾਨੇ ਪਿੰਡ ਫਲਾਨੇ ਪੁਰਸ਼ ਨਾਲ ਹੈ ਤੇ ਉਹ ਤੈਨੂੰ ਭੁਗਤਾਨ ਹੁਣ ਭੁਗਤਣਾ ਹੀ ਪੈਣਾ। ਉਹ ਬੜਾ ਸ਼ਰਧਾ, ਉਹ ਕਹਿੰਦੇ ਅਸੀਂ ਉੱਥੇ ਆਵਾਂਗੇ ਤੇ ਸੇਵਾ ਕਰ ਲੈਣੀ। ਤੇ ਉਹ ਬਚਨ ਪਹਿਲਾਂ ਹੋਇਆ ਸੀ, ਨਾਮਧਾਰੀ ਸੀ। ਤੇ ਉਹ ਮਾਤਾ ਜੀ ਨੂੰ ਵੀ ਨੌਕਰਾਂ ਚਾਕਰਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਇੱਥੇ ਡਾਕੂ ਬਦਮਾਸ਼ ਦਾ ਬੜਾ ਡਰ ਲੱਗਦਾ, ਨਾ ਕਿਸੇ ਖਲੋਂਦਾ ਨਾ ਬਹਿੰਦਾ, ਪਤਾ ਨਹੀਂ ਕਿੱਥੋਂ ਖਾਂਦਾ ਪੀਂਦਾ। ਫਿਰ ਰੱਬ ਆਸਰੇ ਤੇ ਉਸ ਮਾਤਾ ਨੂੰ ਪਾਸ ਹੋ ਗਿਆ ਨਾ। ਜਿਹੜੇ ਭਜਨ ਵਾਲੇ ਲੋਕ ਆ, ਸੁਰਤੀ ਵਰਤੀ ਚੰਗੀ ਹੁੰਦੀ, ਉਹਨੇ ਫਿਰ ਸੋਚਣਾ ਨਾ ਆਪ ਪਾਟਾ ਪੀਠਾ ਲੰਗਰ ਤਿਆਰ ਕੀਤਾ, ਸੇਵਾਦਾਰ ਲੈ ਕੇ ਚੱਲ ਪਏ। ਤੇ ਮਹਾਰਾਜ ਹੁਣੀ ਰੋਜ਼ ਜੈਨ ਫਿਰ ਜਾਂਦੇ ਹੁੰਦੇ ਸੀ ਬਾਬਾ ਹਰਨਾਮ ਸਿੰਘ ਕੋਲ, ਕਿਉਂਕਿ ਉਹ ਬਾਬਾ ਕਰਮ ਸਿੰਘ ਚੇਲੇ ਹੀ ਬਾਬਾ ਆਸ ਨੇ ਕਿਰਪਾਈ ਸੀ ਤੇ ਗੁਰੂਆਂ ਨੂੰ ਜਾਣ ਕੇ ਫਿਰ ਉੱਥੇ ਸੰਗਤ ਨੂੰ ਜਾਂਦੇ ਹੁੰਦੇ ਸੀ। ਤੇ ਨਾ ਹੁਕਮ ਸੀ ਕਿ ਸੰਤਾਂ ਦੀ ਸੰਗਤ ਕਰਨੀ। ਪਰ ਇਹ ਬਿਲਾਸਪੁਰ ਸੰਤ ਪੂਰਨ ਸਿੰਘ ਸੀ, ਬਾਬਾ ਕਨ੍ਹਈਆ ਪਠਲਾਵੇ ਵਾਲੇ, ਇਸ ਤਰ੍ਹਾਂ ਇਲਾਕੇ ਦੇ ਮਹਾਂਪੁਰਖਾਂ ਨਾਲ ਮੇਲ ਮਿਲਾਪ ਰੱਖਦੇ ਸੀ। ਤੇ ਸੰਤ ਬਾਬਾ ਈਸ਼ਨ ਸਿੰਘ ਨੰਗਲ ਵਾਲੇ, ਸੰਤ ਹਰੀ ਸਿੰਘ ਹਰਪੁਰ ਵਾਲੇ, ਇਹ ਇਲਾਕੇ ਦੇ ਆਮ ਮਸ਼ਹੂਰ ਸੰਤ ਸੀਗੇ। ਤੇ ਖਾਸ ਕਰਕੇ ਉਹ ਫਿਰ ਬਾਬਾ ਜੈਨ ਵਾਲਿਆਂ ਕੋਲ ਤੇ ਰੋਜ਼ਾਨਾ ਜਾਂਦੇ ਸੀ ਪੈਦਲ, ਕਿਤੇ ਆਪਣਾ ਭਜਨ ਕਰਦੇ ਰਹਿਣਾ। 15 ਸੁਖਮਣੀ, 25 ਜਾਪਜੀ, 5 ਬਾਣੀ ਦੇ 5 ਨਿਤਨੇਮ, ਤੇ ਇਹ ਉਹਨਾਂ ਦਾ ਉਸਲੇ ਨਿਤਨੇਮ ਸੀ। ਸੂਰਜ ਚੜ੍ਹਦੇ ਤੋਂ ਸੂਰਜ ਛਿਪਦੇ ਤੱਕ ਗਰਮੀਆਂ ਦੇ ਮਹੀਨੇ ਰੇਤੇ 'ਚ ਘੁੰਮਦੇ ਰਹਿਣਾ, ਸਾਧਨ ਕਰਨਾ। ਔਰ ਸਰਦੀਆਂ ਨੂੰ ਜਲ ਧਾਰਾ ਵਗੈਰਾ ਜਪ ਤਪ ਕਰਨਾ। ਤੇ ਇਸ ਤਰ੍ਹਾਂ ਫਿਰ ਬਾਬਾ ਉਤਰ ਸਿੰਘ ਰੇਰੂ ਸਾਹਿਬ, ਬਾਬਾ ਬੀਰੋਂ ਦਾਸ ਬਦੋਸ਼ੀ ਵਾਲੇ, ਇਸ ਤਰ੍ਹਾਂ ਹੋਰ ਵੀ ਬੂਟੇ ਸਾਹਿਬ ਟਾਂਡੇ ਸੀ, ਮਹਾਂਪੁਰਖ ਚਲੇ ਜਾਣ। ਤੇ ਇਸ ਤਰ੍ਹਾਂ ਹੋਰ ਵੀ ਬੇਅੰਤ ਮਹਾਂਪੁਰਖਾਂ ਨੂੰ। ਤੇ ਇਸ ਤਰ੍ਹਾਂ ਉਹ ਫਿਰ ਆਪਣੇ ਜੈਨ ਜਾਂਦੇ ਸੀ, ਧੰਨ ਧੰਨ ਬਾਬਾ ਹਰਨਾਮ ਸਿੰਘ ਮਹਾਰਾਜ। ਔਰ ਫਿਰ ਉਹ ਜਾ ਰਹੇ ਸੀ ਕਿ ਮਾਤਾ ਲੰਗਰ ਲਈ, ਨੌਜਵਾਨ ਉਮਰ ਸੀ, ਥੋੜਾ ਰਸਤਾ ਕੱਟ ਕੇ ਵੀ ਲੰਘ। ਉਹ ਮਾਤਾ ਜੀ ਕਹਿੰਦੀ ਵੀ ਮੈਂ ਤੁਹਾਡੇ ਲੰਗਰ ਲੈ ਆਈ ਹਾਂ। ਸੰਤ ਕਹਿੰਦੇ ਮੈਂ ਤਾਂ ਡਾਕੂ ਹਾਂ। ਉਹ ਕਹਿੰਦੇ ਇਹ ਗੱਲ ਹੋਰ ਨਾ ਕਰਿਓ, ਮੈਨੂੰ ਬਾਬਾ ਰਾਮ ਸਿੰਘ ਭੈਣੀ ਸਾਹਿਬ ਵਾਲੇ ਸਭ ਦੱਸ। ਉਹ ਜਿਹੜੇ ਦੇਖੇ ਮਾਤਾ ਤਾਂ ਅਡੋਲੇ ਹਲਦੇ ਵਾਲੀ, ਕਹਿੰਦੇ ਮਾਤਾ ਛਕਾਏ ਕਿ ਕੱਲ ਫੇਰ ਸ਼ਾਮ ਫੇਰ ਖੜੀ, ਕੋਈ ਆ ਜਾ ਵੀ ਜਾਂਦਾ। ਉਹ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ, ਮੈਂ ਸੇਵਾ ਨਿਭਾਉਂ। ਉਸ ਮਾਤਾ ਜੀ ਸੇਵਾ ਨਿਭਾਉਂਦੇ ਰਹੇ। ਫਿਰ ਹਰਕੋਲ ਸਰਦਾਰ ਕਰਮ ਸਿੰਘ ਜੀ ਸੂਬੇਦਾਰ, ਉਹਨਾਂ ਦੇ ਘਰੋਂ ਮਾਤਾ ਕਰਮ ਕੋਲ, ਉਹ ਪਹਿਲਾਂ ਕਹਿੰਦੇ ਜਿਵੇਂ ਫੌਜੀ ਸਮਾਨ ਭੇਜ ਦਿੰਦੇ ਨਾ, ਫਿਰ ਫਲਾਣੇ ਸਾਡੇ ਘਰ ਪਹੁੰਚਾ ਦੇ, ਆਉਂਦੇ ਜਾਂਦੇ ਰਹੇ ਸੀ। ਉਹ ਫਿਰ ਮਾਤਾ ਨੂੰ ਪਤਾ ਲੱਗ ਗਿਆ, ਉਹ ਹੁਣ ਬੱਚਿਆਂ ਵਾਂਗੂ ਹੀ ਸਮਝਦੇ ਸੀ, ਪੁੱਤਰਾਂ ਵਾਂਗੂ। ਉਹਨੇ ਵੀ ਲੰਗਰ ਲੈ ਆਉਣਾ, ਇੱਧਰ ਇਹਨੇ ਵੀ ਲੈ ਆਉਣਾ। ਫਿਰ ਉੱਥੇ ਕੂਜੀ ਲਾ ਕੇ ਇੱਕ ਝੌਂਪੜੀ ਬਣਾ ਲਈ। ਤੇ ਫਿਰ ਬਾਬਾ ਈਸ਼ਰ ਸਿੰਘ ਜੀ ਬਤਾਲੇ ਵਾਲੇ, ਭਾਈ ਪੱਲੇ ਦੀ ਵੰਸ਼ ਚੋਂ ਸੀ, ਉਹ ਅਨੰਦਪੁਰ ਸਾਹਿਬ ਮਿਲੇ। ਤੇ ਉੱਥੋਂ ਫਿਰ ਉਹ ਇੱਥੇ ਆ ਗਿਆ ਤੇ ਉਹ ਫਿਰ ਇੱਥੇ ਰਹਿਣ ਲੱਗ ਪਿਆ। ਉਹਨਾਂ ਦੇ ਹੁਕਮ ਵਿੱਚ ਫਿਰ ਗੁਰਦੁਆਰਾ ਬਣਾਉਣ ਵਾਸਤੇ ਆਗਿਆ ਕੀਤੀ ਉਹਨਾਂ ਨੇ। ਤੇ ਉਹਨੇ ਬਾਬਾ ਆਇਆ ਸਿੰਘ ਦੇ ਰੂਪ ਪ੍ਰਤੱਖ ਉਹਨਾਂ ਨੂੰ ਦ੍ਰਿਸ਼ਟਾਂਤ ਦਿਖਾ ਲਏ। ਤੇ ਫਿਰ ਬਣਾਇਆ ਵੀ ਆਪਾਂ ਖਿਲਾਰਾ ਨਹੀਂ ਚਾਹੁੰਦੇ। ਤੇ ਉਹ ਕਹਿੰਦੇ ਵੀ ਗੁਰਦੁਆਰਾ ਬਣਾਉਣਾ ਪਊਗਾ ਕਿ ਲੋਕਾਂ ਦਾ ਭਲਾ ਤਾਂ ਹੀ ਹੋਊ, ਕਥਾ ਪ੍ਰਚਾਰ ਤਾਂ ਹੋਣਗੇ, ਲੰਗਰ ਦੀਵਾਨ ਚੱਲਣਗੇ। ਫਿਰ ਉਹ ਕਹਿੰਦੇ ਵੀ ਇੰਨੀ ਮਾਇਆ, ਉਹਨਾਂ ਦੇ ਨਾਲ ਮਾਇਆ ਲੋਕਾਂ ਕੋਲ ਘੱਟ ਹੁੰਦੀ, ਆਮ ਸਿੰਘਾਪੁਰ ਮਿਲਾਏ ਜਾਂਦੇ ਸੀ ਲੋਕ,
ਵੱਡਿਆਂ ਦੇਸਾਂ ਤੋਂ ਬਾਅਦ 'ਚ ਲੱਗੇ ਨੇ। ਅਤੇ ਖੇਤੀਪਤੀ ਵੀ ਇਸ ਤਰ੍ਹਾਂ ਹੁੰਦੀ ਸੀ, ਮੀਂਹ ਪਾਣੀ 'ਤੇ ਜ਼ਿਆਦਾ ਹੁੰਦਾ ਸੀ, ਥੋੜ੍ਹਾ ਬਹੁਤ ਸਾਰੀ ਹੁੰਦੀ ਸੀ ਖੂਹਾਂ 'ਤੇ, ਨਹੀਂ ਤਾਂ ਆਮ ਜੰਗਲਾਤ ਜ਼ਿਆਦਾ ਸੀ। ਉਹ ਫਿਰ ਆਪਣੇ ਕਹਿੰਦੇ ਵੀ 5000 ਰੁਪਈਆ ਹੋਵੇ ਫਿਰ ਉਹ ਸਰਦਾਰ ਬੂਟਾ ਹੁਣ ਠੇਕੇ ਲੈਂਦੇ ਸੀ, ਉਹਨਾਂ ਨੂੰ ਵੀ ਬਚਿਆ ਉਹ ਲੈ ਕਹਿੰਦੇ ਲਓ ਪੇਟਾਂ ਮੰਗਾਉਣੀਆਂ, ਸੰਤਾਂ ਨੇ ਪਰ ਇਸਟਾ ਲੈਣੀਆਂ, ਉਹਨੇ ਫੇਰ ਮੰਗਾਉਣੀਆਂ। ਕਈ ਚਿਰ ਇਵੇਂ ਰਿਹਾ। ਫਿਰ ਕਹਿੰਦੇ ਵੀ ਹੁਣ ਤਾਂ ਮੰਨਣਾ ਹੀ ਪਊ। ਫਿਰ ਉੱਥੋਂ ਰਾਮ ਬਾਗ, ਜਿੱਥੇ ਉਹ ਸੰਤਾਂ ਦਾ ਤਪ ਸਥਾਨ ਸੀ, ਤੇ ਹੁਣ ਤਾਂ ਉਹਨਾਂ ਨੇ ਸਾਰਾ ਜੰਗਲ ਵੱਢ ਕੇ ਖਤਮ ਕਰ ਦਿੱਤਾ। ਪਹਿਲਾਂ ਉਹ ਜੰਗਲ ਸੀ ਤਪੋਵਨ ਸੀ, ਜਿੱਥੇ ਭਜਨ ਕਰਦੇ ਸੀ। ਉਹ ਇਹ ਨਿਸ਼ਾਨੀਆਂ ਉਗਾਉਣੀਆਂ ਨਹੀਂ ਚਾਹੀਦੀਆਂ, ਜਿਹੜੇ ਮਹਾਂਪੁਰਖਾਂ ਦੀ ਤਪੋ ਭੂਮੀ ਸੀ। ਉਹ ਫਿਰ ਉੱਥੇ ਨਿਹੰਗ ਸੰਤੋਖ ਸਿੰਘ ਸੀ, ਉਹਨੂੰ ਇੱਟ ਫੜਾਤੀ। ਕਹਿੰਦੇ ਲੈ 108 ਵਾਰੀ ਮੂਲ ਮੰਤਰ ਪੜ੍ਹਦਾ ਚਲੇ ਜਾ, ਜਿੱਥੇ ਸੰਪੂਰਨ ਹੋਏ ਉੱਥੇ ਨਹੀਂ ਰੱਖਾਂਗੇ। ਉੱਥੇ ਫਿਰ 5 ਮਹਾਂਪੁਰਖਾਂ ਦੁਆਰਾ ਉਹ ਗੁਰਦੁਆਰੇ ਨਹੀਂ ਰੱਖੀ। ਗੁਰਦੁਆਰਾ ਜਿਹੜਾ ਸੀ ਬਣਿਆ, ਇਹ ਲੰਗਰ ਲਈ ਖੂਹ ਲਾਏ। ਫਿਰ ਆਪਣੇ ਟੀਨਾਂ ਵਾਲਾ ਛੋਟਾ ਜਿਹਾ ਪਹਿਲਾਂ ਸਥਾਨ ਬਣਾਇਆ ਸੀ, ਮਹਾਰਾਜ ਪ੍ਰਕਾਸ਼ ਕੀਤਾ। ਫਿਰ ਉਹ ਕੁਦਰਤੀ ਮਾਤਾ ਮਾਲਣ ਦੇ ਰਿਸ਼ਤੇਦਾਰ ਸੀਗੇ, ਉਹ ਨਾਮਧਾਰੀ ਸਿੰਘ ਆ ਗਏ ਤੇ ਸਰਦਾਰ ਸੁੰਦਰ ਸਿੰਘ। ਉਹ ਕਹਿੰਦੇ ਵਰਣੀ ਕਰੀਏ, 7 ਬਾਣੀਆਂ ਨਾਲ ਵਰਣੀ ਕਰਦੇ। ਉਹ 40 ਦਿਨ ਕੀਤੀ। ਹੁਣ 40 ਦਿਨ ਰਹਿਣ ਤੇ ਬਾਅਦ ਜੰਮਾ ਔਖਾ। ਕਹਿੰਦੇ 12 ਹੁਣ ਚੱਲਦੇ। ਕਹਿੰਦੇ ਵੀ ਹੁਣ ਜਾਪ ਬੰਦ ਨਾ ਕਰੋ। ਕਹਿੰਦੇ ਚਲੋ ਇਹ ਮੂਲ ਮੰਤਰ ਸ਼ੁਰੂ ਕਰ ਦਿਓ। 2 ਘੰਟੇ ਬਾਅਦ ਰੌਲ ਲਾਉਣੀ, ਕੇਸੀ ਇਸ਼ਨਾਨ ਕਰਕੇ ਜਾਣਾ, ਜਿਵੇਂ ਅਖੰਡ ਪਾਠ ਸਾਹਿਬ ਤੇ। ਉਹ ਫਿਰ ਤਕਰੀਬਨ ਦੇਖ ਲਓ ਬੜੇ ਲੰਮੇ ਸਮੇਂ ਤੋਂ ਹੁਣ ਤੇ ਤੁਰਿਆ ਆ ਰਿਹਾ, ਜਾਪ ਉਹ ਚੱਲਦਾ। ਫਿਰ ਮਹਾਰਾਜ ਪ੍ਰਕਾਸ਼ ਹੋ ਗਿਆ। ਫਿਰ ਕਥਾ ਕੀ ਮਰਜ਼ਾਦਾ ਜਿਹੜੀ ਚਲਾਤੀ। ਪਹਿਲਾਂ ਗ੍ਰੰਥਾਂ ਦੀ ਕਥਾ, ਫਿਰ ਕੁਦਰਤੀ ਗੁਰੂ ਗ੍ਰੰਥ ਸਾਹਿਬ ਦੀ। ਪਾਕਿਸਤਾਨ ਬਣਿਆ ਗਿਆਨੀ ਹਰੀ ਸਿੰਘ ਆ ਗਿਆ, ਗਿਆਨੀ ਜੋਤ ਸਿੰਘ, ਗਿਆਨੀ ਪ੍ਰੀਤਮ ਸਿੰਘ। ਦਾਸ ਨੇ ਵੀ ਤਕਰੀਬਨ 16 ਸਾਲ, ਇਹ ਸੰਤ ਆਤਮਾ ਸਿੰਘ। ਤੇ ਇਸ ਤਰ੍ਹਾਂ ਫਿਰ ਉਹ ਕਥਾ ਵਾਰਤਾ ਚੱਲਦੀਆਂ ਰਹੀਆਂ। ਗਿਆਨੀ ਅਮਰ ਸਿੰਘ ਜੀ ਆਪਣੇ ਬਿਲਾਸਪੁਰ ਵਾਲੇ, ਉਹਨੇ ਵੀ ਕਾਫੀ ਕਿਰਪਾ ਕਰਦੇ ਰਹੇ। ਸੋ ਇਸ ਤਰ੍ਹਾਂ ਫਿਰ ਮਰਜ਼ਾਦਾ ਬਣਾਈ ਹੋਈ। ਗੁਰਦੁਆਰੇ ਸਾਹਿਬ ਇਸ਼ਨਾਨ ਕਰਾਉਣਾ, ਵਿਛਾਈ ਕਰਨੀ, 2 ਮਹਾਰਾਜ ਸਰੂਪ ਪ੍ਰਕਾਸ਼ ਕਰਨੇ, ਤੇ ਫਿਰ 4 ਤੋਂ 5 ਸੁਖਮਨੀ ਸਾਹਿਬ, 5 ਤੋਂ 7 ਮਹਾਰਾਜ ਲੜੀਵਾਰ ਕਥਾ, 5 ਤੋਂ 7 ਆਸਾ ਦੀ ਵਾਰ ਸੰਪੂਰਨ, 7 ਤੋਂ 8 ਕਥਾ। ਤੇ ਹਾਜ਼ਰੀ ਛਕ ਲਓ। ਫਿਰ ਪੂਰੇ 10 ਵਜੇ ਲੰਗਰ ਦਾ ਭੋਗ। ਔਰ ਫਿਰ ਰੁੱਤ ਦੇ ਅਨੁਸਾਰ ਗਰਮੀਆਂ ਨੂੰ ਸੂਰਜ ਖੜੇ ਲੰਗਰ, ਤੀਸਰੇ ਪੈਰ ਜਲ ਪਾਣੀ, ਤੇ ਸਿਆਲ ਨੂੰ ਫਿਰ ਰਹਿ ਰਸ ਤੋਂ ਬਾਅਦ। ਉਹ ਗਰਮੀਆਂ ਨੂੰ ਮੱਛਰ ਮੱਖੀ ਹੁੰਦੀ ਨਾ, ਉਹ ਫਿਰ ਦਿਨੋਂ ਦਿਨੇ ਕਰ ਲੈਣਾ ਡੋਇਲੀ। ਸਿਆਲ ਨੂੰ ਫਿਰ ਸ਼ਾਮ ਨੂੰ ਹੁੰਦਾ। 3 ਵਜੇ ਉੱਠਣਾ ਪੈਂਦਾ ਸੀ। ਆਪ ਸੰਤ ਘੰਟੀ ਖੜਕਾਉਂਦੇ। 3 ਵਜੇ ਕੋਈ ਸੌ ਨਹੀਂ ਸਕਦਾ। 10 ਤੋਂ ਪਹਿਲਾਂ ਸੌਣਾ। ਤੇ ਫਿਰ ਇਹ ਮਤਲਬ ਨਹੀਂ ਸੀ। ਫਿਰ ਸੰਤ ਗੁਰੂ ਘੋੜਿਆਂ ਵਾਲੀ ਉਹਨੇ ਡਿਊਟੀ ਲੈ ਲਈ ਸੀ। ਇਸ ਤਰ੍ਹਾਂ ਫਿਰ ਉਹ ਜਿਹੜੀ ਮਰਜ਼ਾਦਾ ਸਾਰੀ ਚਲਾਈ ਉਹਨਾਂ ਨੇ। ਫਿਰ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਨੂੰ ਹੁਕਮ ਲਾਇਆ। 12 ਸਾਲ 14 ਤਰਨ ਤਾਰਨ ਨੰਗੇ ਪੈਰੀਂ ਪੈਦਲ ਤੇ ਅੰਮ੍ਰਿਤਸਰ ਸੰਬਸ ਸਵਾਇਆ ਸੀ ਟੂਟੀਆਂ ਲੰਗਰ ਲਾਉਣਾ। ਫਿਰ ਕਰਤਾਰਪੁਰ ਜੋਤੀ ਜੋਤਸਮਨ ਤੇ ਲੰਗਰ, ਜਨਮ ਦਿਨ ਤੇ ਨਨਕਾਣਾ ਸਾਹਿਬ। ਫਿਰ ਕਰਤਾਰਪੁਰ ਮੱਸਿਆ ਤੇ ਦੁਆਬੇ ਵਾਲੇ, ਔਰ ਹੋਲੇ ਤੇ ਆਨੰਦਪੁਰ, ਸਭਾ ਦੀ ਫਤਿਹਗੜ੍ਹ, ਦੁਸਹਿਰੇ ਤੇ ਚਮਕੌਰ ਸਾਹਿਬ। ਤੇ ਇਸੇ ਤਰ੍ਹਾਂ ਫਿਰ ਪਟਨਾ ਸਾਹਿਬ ਹਜ਼ੂਰ ਸਾਹਿਬ ਦੀ ਸਾਲ 'ਚ 2 ਵਾਰੀ ਯਾਤਰਾ, ਉੱਥੇ ਭੰਡਾਰਾ। ਇਸ ਤਰ੍ਹਾਂ ਜੋ ਉਹਨਾਂ ਨੇ ਮਤਲਬ ਹੁਕਮ ਬਾਬਾ ਈਸ਼ਰ ਸਿੰਘ ਉਹਨਾਂ ਨੂੰ ਕੀਤੇ ਸੀ, ਉਹ ਫਿਰ ਕਰਦੇ ਰਹੇ। ਤੇ ਬਾਬਾ ਆਇਆ ਸਿੰਘ ਦੀ ਵੀ ਆਕਾਸ਼ਬਾਣੀ ਹੋਈ ਸੀ ਕਿ ਅਸੀਂ ਤੁਹਾਡੇ ਪ੍ਰਸੰਨ ਨਹੀਂ। ਕਹਿੰਦੇ ਮਹਾਰਾਜ ਪ੍ਰਸੰਨਤਾ ਦਿਓ। ਕਹਿਣ ਲੱਗੇ ਵੀ ਇੱਕ ਤਾਂ ਗੁਰੂ ਨਾਨਕ ਸਾਹਿਬ ਲੰਗਰ ਸ਼ੁਰੂ ਕਰੋ, ਦੂਸਰੀ ਰੁਪਏ ਕਹਿੰਦੇ ਦੇਵ ਜਗ, ਜੋਤ ਧੂਫ
ਇਹ ਜਾਪ ਸ਼ੁਰੂ ਕੀਤਾ। ਤੀਜਾ ਬ੍ਰਹਮ ਜਪ ਕਥਾ ਕੀਰਤਨ, ਇਹ ਬਾਬਾ ਆਇਆ ਸਿੰਘ ਦੇ ਹੁਕਮ ਨਾਲ ਆਰੰਭ ਕੀਤਾ। ਸੋ ਇਸ ਤਰ੍ਹਾਂ ਫਿਰ ਮਤਲਬ ਮਹਾਂਪੁਰਖਾਂ ਨੇ ਹਿੰਦੁਸਤਾਨ 'ਚ ਵੱਖ-ਵੱਖ ਜਗ੍ਹਾ ਜਿੱਥੇ ਪ੍ਰੇਮੀ ਸੀ ਵਿਚਰਦੇ ਰਹੇ ਅਤੇ ਗੁਰਮਤਿ ਦੀ ਸਮੱਤ ਸੋਝੀ ਜਿਹੜੀ ਸੀ ਦਿੰਦੇ ਰਹੇ। ਉਦੋਂ ਹਾਲੇ ਪਾਕਿਸਤਾਨ ਨਹੀਂ ਸੀ ਬਣੀ, ਇਹ 47 'ਚ ਬਣੇ। ਅਤੇ ਫਿਰ ਇਸ ਤਰ੍ਹਾਂ ਮਤਲਬ 1957 ਆ ਗਿਆ ਅਤੇ ਗੁਰਦੁਆਰਾ ਕੂਹਣੀ ਸਾਹਿਬ ਜਿਹੜਾ ਆਪਣੇ 10ਵੇਂ ਪਾਤਸ਼ਾਹ ਦਾ ਮਨੀ ਮਾਜਰੇ, ਉਹਦੀ ਵੀ ਸੇਵਾ ਕਰਾਈ। ਔਰ ਕੇਸਗੜ੍ਹ ਜਦੋਂ ਸੀ ਉਦੋਂ ਫਿਰ ਮਹਾਰਾਜ ਨੀਂਹ ਪੱਥਰ ਰੱਖਣਾ ਸੀ, ਸੰਤ ਕਾਰਪੁਰੀ ਨੂੰ ਸੇਵਾ ਦਿੱਤੀ ਅਤੇ ਮਹਾਰਾਜ 10ਵੇਂ ਪਾਤਸ਼ਾਹ ਆਪ ਕਿਸੇ ਰੂਪ 'ਚ ਆਉਂਦੇ ਸੀ। ਉਹ ਜਦੋਂ ਦੱਸਣਾ ਉੱਥੇ ਫਿਰ ਉਹ ਨਕਸ਼ੇ ਦੀ ਮੋਹਰ ਲੱਗ ਜਾਣੀ, ਕਿਆ ਠੀਕ। ਜਦੋਂ ਜਾਣ ਲੱਗੇ ਮਹਾਰਾਜ ਆਪਣੇ ਛੋਟੇ ਭਰਾ ਦਇਆ ਨੂੰ ਕਹਿੰਦੇ ਵੀ ਮਹਾਰਾਜ ਦਰਸ਼ਨ ਕਰਨਾ। ਉਹ ਜਾਂਦੇ ਕਹਿ ਗਏ ਇਹ ਭਰਾ ਦੀ ਲਿਹਾਜ਼ ਕਰ ਗਏ ਅਤੇ ਉਹ ਫਿਰ ਸੰਤ ਹਰੀਕਾਰਪੁਰ ਵਾਲਿਆਂ ਨੇ ਮਹਾਂਪੁਰਖਾਂ ਦੇ ਸਹਿਯੋਗ ਨਾਲ ਸੇਵਾ ਕਰਾਈ। ਫਿਰ ਆਨੰਦਗੜ੍ਹ ਸਾਹਿਬ ਬਾਬਾ ਘਨੱਈਆ ਪਟਲਾਵੇ ਵਾਲੇ ਅਤੇ ਆਪ ਨਾਲ ਹੋ ਕੇ ਉਹ ਸਾਰੀ ਸੇਵਾ ਕਰਵਾਈ ਸੀ। ਸਮੇਂ ਨਾਲ ਫਿਰ ਬਿਲਡਿੰਗਾਂ ਬਦਲਦੀਆਂ ਵੀ ਰਹਿਣੀਆਂ ਅਤੇ ਉੱਥੇ ਵੀ ਬੌਲੀ ਦਾ ਪਾਣੀ ਖਾਰਾ ਸੀ, ਕਿਉਂਕਿ ਜੈਸਾ ਸਿੰਘ ਨੇ ਲਾਈ। ਉਹ ਕਹਿੰਦੇ ਲੰਗਰ ਕਹਿੰਦੇ ਖਰਚ ਬਹੁਤ ਹੋਇਆ, ਕਹਿੰਦੇ ਫਿਰ ਖਾਰਾ ਹੋ ਜਾ। ਪੰਥ ਨੇ ਸ਼ਰਾਪ ਦੇ ਦਿੱਤਾ, ਕਹਿੰਦੇ ਮਹਾਰਾਜ ਪਾਣੀ ਖਾਰਾ ਸੰਤਾਂ ਨੂੰ। ਬਾਬਾ ਘਨੱਈਆ ਸਿੰਘ ਕਹਿੰਦੇ ਵੀ ਖਾਲਸੇ ਦਾ ਬਚਨ ਤਾਂ ਹੈਗਾ, ਖਾਰਾ ਤਾਂ ਹੀ ਹੋਇਆ ਵੀ ਲੰਗਰ ਨਹੀਂ ਲਾਇਆ। ਲੰਗਰ ਸ਼ੁਰੂ ਕਰ ਦਿਓ ਆਪੇ ਮਿੱਠਾ ਹੋ ਜਾਊ। ਫਿਰ ਕਿਤਾਬ ਅਰਦਾਸ ਕਰਕੇ ਬੇਨਤੀ ਕੀਤੀ ਮਹਾਰਾਜ ਨੂੰ, ਲੰਗਰ ਸ਼ੁਰੂ ਕਰਤਾ ਅਤੇ ਫਿਰ ਉਹ ਪਾਣੀ ਮਿੱਠਾ ਹੋ ਗਿਆ ਜੋ ਵੀ ਵਰਤ ਰਿਹਾ। ਫਿਰ ਉਹ ਸੰਤ ਸੇਵਾ ਨੂੰ ਸੇਵਾ ਉੱਥੇ ਦਿੱਤੀ ਵੀ ਆ, ਜਿੰਨੇ ਵੀ ਆਪਣੇ ਪਹਾੜ ਦੇ ਗੁਰਦੁਆਰੇ ਆ ਇੱਧਰ ਸੇਵਾ ਖੋਣੀ। ਉਹਨੇ ਫਿਰ ਹਲਵਾਈ ਰਿਹਾ ਪਹਿਲਾਂ, ਲੰਗਰ ਬਹੁਤ ਸੁੰਦਰ ਉਹ ਵਰਤਾਉਂਦੇ ਰਹੇ। ਇਸ ਤਰ੍ਹਾਂ ਫਿਰ 1957 ਸਨ ਆ ਗਿਆ। ਇਹ ਮਹਾਂਪੁਰਖ ਆਪਣੇ ਮਕੇਰੀਆਂ ਗਏ, ਸੰਤ ਬਾਬਾ ਹਰੀ ਸਿੰਘ ਮਕੇਰੀਆਂ ਵਾਲੇ ਮਹਾਂਪੁਰਖ ਸੀ ਅਤੇ ਮਹਾਰਾਣੀ ਸਦਾ ਕੌਰ, ਮਹਾਰਾਣੀ ਰਣਜੀਤ ਸਾਹਿਬ ਸਦਾ ਉਹ ਕਿਲ੍ਹਾ ਸੀ ਅਟਾਲਗੜ੍ਹ, ਉੱਥੇ ਸਾਨੂਵਾਦ ਕੀਤਾ। ਉੱਥੋਂ ਫਿਰ ਹੋ ਕੇ ਮਹਾਰਾਜ ਹੁਣੀ ਮਨੀ ਮਾਜਰੇ ਆ ਗਏ, ਉੱਥੋਂ ਫਿਰ ਡਮੇਲੀ ਆ ਗਏ। ਇੱਥੇ ਧੰਨ ਸਾਹਿਬ ਸ਼੍ਰੀ ਹਰਗੋਬਿੰਦ ਸਿੰਘ ਚਰਨ ਪਾਏ। ਇਸ ਪਿੰਡ 'ਚ ਕੋਈ ਸਾਧੂ ਆਇਆ ਸੀ, ਉਹ ਬੇਲਣਾ ਚੱਲਦਾ ਸੀ, ਗੰਨੇ ਪੀੜ ਰਿਹਾ ਸੀ। ਉਹ ਕਹਿੰਦੇ ਭਗਤਾ ਰਸ ਪੀਣੀ। ਉਹ ਜਿਹੜਾ ਜ਼ਿਮੀਂਦਾਰ ਸੀ, ਕਈਆਂ ਦਾ ਸੁਭਾਅ ਇਹੋ ਜਿਹਾ ਹੁੰਦਾ, ਉਹ ਕਹਿੰਦਾ ਸਾਰਾ ਤੇਰੇ ਸਿਰੇ ਅੱਗ ਲੱਗੀ। ਉਹ ਕਹਿੰਦੇ ਮੇਰੇ ਕਾਹਨੂੰ ਲੱਗੇ, ਤੁਹਾਡੇ ਲੱਗ ਜਾਣਾ। ਉਹ ਅੱਗ ਲੱਗ ਕੇ ਸਾਰਾ ਪਿੰਡ ਸੜ ਜਾਣਾ। ਸਖੀ ਸੁਲਤਾਨ ਨੂੰ ਮੰਨਦੇ ਸੀ, ਬਹੁਤ ਔਖੇ ਹੋਏ। ਜਦੋਂ 6ਵੇਂ ਪਾਤਸ਼ਾਹ ਫਿਰ ਕਰਤਾਰਪੁਰ ਜੰਗ ਜਿੱਤ ਕੇ ਭਲਾਈ ਸਾਹਿਬ ਆਏ, ਇਹ ਫਿਰ ਉੱਥੇ ਇਕੱਠੇ ਹੋ ਗਏ। ਕਹਿੰਦੇ ਵੀ ਮਹਾਰਾਜ ਗੁਰਸਿੱਖੀ ਧਾਰੋ, ਸਖੀ ਸੁਲਤਾਨ ਦੀ ਪੂਜਾ ਬੰਦ ਕਰੋ। ਅਤੇ ਮਹਾਰਾਜ ਨੇ ਆਪਣੇ ਹੱਥਾਂ ਨਾਲ ਟਾਹਲੀ ਦੀ ਲੱਕੜ ਥੰਮ ਕਢਾ ਕੇ ਕੱਢਿਆ, ਇਹਦੇ ਦੁਆਲੇ ਪਿੰਡ ਬੰਨ੍ਹ ਲਓ। ਉਹ ਹਾਲੇ ਵੀ ਮੌਜੂਦ ਆ, ਉਹ ਗੁਰਦੁਆਰਾ ਨਾਨਕ ਥੰਮ ਸਾਹਿਬ ਹੈ। ਅਤੇ ਮਹਾਰਾਜ ਕਹਿੰਦੇ ਵੀ ਅੱਗ ਲੱਗੂਗੀ ਜ਼ਰੂਰ, ਨੁਕਸਾਨ ਨਹੀਂ ਹੋਏਗਾ, ਇਹ ਸੰਤ ਦਾ ਵਚਨ ਨਹੀਂ ਟਾਲਣਾ। ਉਹ ਹੁਣ ਵੀ ਲੱਗਦੀ ਹੈ ਵਚਨ ਬੁੱਝਣ ਦੀ। ਦੂਜਾ ਵੀ ਕਲਰ ਬੜਾ ਸੱਪ ਲੜਨ ਮਰ ਜਾਂਦਾ। ਕਹਿੰਦੇ ਜਿਹੜਾ ਤੁਹਾਡੀ ਜੂਹ 'ਚ ਆਊਗਾ ਨਾ ਉਹ ਵੀ ਵੱਧ ਜਾਊਗਾ, ਵਚਨ ਦਿੱਤੇ। ਫਿਰ ਉੱਥੇ ਸੰਤ ਬਾਬਾ ਦਲੀਪ ਸਿੰਘ ਜੀ ਮਹਾਂਪੁਰਖ ਹੋਏ। ਉਹਨੇ ਫਿਰ ਦਵਾਈ ਬੂਟੀ ਦਾ ਖੇਤਰ ਲਾਇਆ, ਬੜੀ ਕਮਾਈ ਕੀਤੀ। ਔਰ ਉਹਨਾਂ ਨੇ ਫਿਰ ਆਪਣੇ ਬੜੇ ਬੜੇ ਰਾਗੀ ਸੰਤ ਸਰਵਣ ਸਿੰਘ ਔਰ ਗਿਆਨੀ ਹਰਵੰਸ ਸਿੰਘ, ਇਹ ਮਹਾਂਪੁਰਖ ਕਿਰਪਾ ਕੀਤੀ। ਪ੍ਰਧਾਨ ਜੀ ਉੱਥੇ ਬੜੀ ਦਵਾਈ ਦੀ ਸੇਵਾ ਕਰਦੇ ਰਹੇ ਅਤੇ ਉੱਥੇ ਫਿਰ ਮਹਾਂਪੁਰਖਾਂ ਦਾ ਆਉਣਾ ਜਾਣਾ ਆਮ ਸੀ। ਕੋਈ ਰੋਗੀ ਆਵੇ ਤਾਂ ਉੱਥੇ ਬਾਬਾ ਜੀ ਨੂੰ ਭੇਜ ਦੇਣਾ। ਉਹ ਸੰਤ ਹੀਰਾ ਸਿੰਘ ਬਿਹਾਲੇ ਵਾਲਿਆਂ ਦੇ ਸੇਵਕ ਸੀਗੇ। ਅਤੇ ਇੱਥੇ ਫਿਰ ਬਾਬਾ ਮਸਤੀ ਜੀ ਆ ਗਏ ਸੀ, ਇਹ ਸੋਜੋਂ ਪਿੰਡ ਦੇ ਸੀਗੇ ਅਤੇ ਗਿਆਨ ਚੰਦ ਉਹਨਾਂ ਦਾ ਨਾਮ ਸੀ। ਉਹਨੇ ਬੜੀ ਕਮਾਈ ਕੀਤੀ ਉੱਥੇ। ਅਤੇ ਮਹਾਰਾਜ ਹੁਣੀ ਫਿਰ ਆਏ ਅਤੇ ਕਹਿਣ ਲੱਗੇ ਵੀ ਸਾਨੂੰ ਆਗਿਆ ਦਿਓ, ਅਸੀਂ ਡੇਰੇ ਜਾਈਏ। ਕਹਿੰਦੇ ਨਹੀਂ ਕਿਤੇ ਨਹੀਂ ਜਾਣਾ, ਇੱਥੇ ਰਹਿਣਾ। ਉਹਨਾਂ ਦਾ ਫਿਰ ਹੁਕਮ ਮੰਨ ਕੇ 35 ਦਿਨ ਉੱਥੇ ਰਹੇ।
ਤੇ ਫਿਰ ਉਹਨਾਂ ਦਾ ਕੁਝ ਹੋਈ ਸੀ। ਹੁਣ ਆ ਦੇਖੋ ਕੱਤਕ ਦਾ ਮਹੀਨਾ, 2.5 ਕਿਲੋ ਘਿਓ ਰੋਜ਼ਾਨਾ ਉਹਨਾਂ ਦੇ ਸਰੀਰ 'ਚ ਮਾਲਿਸ਼ ਨਾਲ ਜਜ਼ਬ ਹੁੰਦਾ ਸੀ ਗੋਕਾ ਤੇ 35 ਦਿਨ ਰਹੇ। 15 ਦਿਨ ਪਹਿਲਾਂ ਇੱਕ ਦਿਨ ਕਿੰਨਾ ਚਿਰ ਸਵਾਸ ਨਹੀਂ ਚਲਿਆ, ਕਿਉਂਕਿ ਯੋਗਾ ਵੀ ਅਸੀਂ ਸੀ ਪੂਰੇ ਪੁਰਾਣੇ ਜੰਮੀ ਸੀ। ਤੇ ਫਿਰ ਉਹ ਮਾਲਿਸ਼ ਕਰਦੇ ਰਹੇ ਤੇ ਕੁਦਰਤੀ ਫਿਰ ਸਾਡੇ ਪਿਤਾ ਜੀ ਗਏ ਕਹਿਣ ਕਿ ਤੁਸੀਂ ਇਲਾਕੇ ਦੇ ਅੱਜ ਸੰਗਤ ਬੜੀ ਆਈ, ਸਕੂਲਾਂ ਦੇ ਵਿਦਿਆਰਥੀ ਟੀਚਰ ਵੀ ਗਏ ਹਾਂਜੀ। ਤੇ ਬਹੁਤ ਉਹ ਫਿਰ ਗੱਲ ਜਿਹਾ ਭਰ ਲਿਆ, ਬਰਾ ਕਰਨ ਲੱਗ ਪਿਆ। ਕਹਿੰਦੇ ਨਹੀਂ ਦੱਸ, ਕਹਿੰਦੇ ਮਹਾਰਾਜ ਦੱਸਿਆ ਨਹੀਂ ਜਾਂਦਾ। ਕਹਿੰਦੇ ਨਹੀਂ, ਕਹਿੰਦੇ ਮਹਾਰਾਜ ਪਬਲਿਕ 'ਚ ਇਸ ਤਰ੍ਹਾਂ ਦੀ ਹਵਾ। ਤੇ ਸੰਤ ਹੱਸ ਪਿਆ, ਕਹਿੰਦੇ ਵੀ ਜਨਤਾ ਵੀ ਰੱਬ ਦਾ ਰੂਪ ਹੁੰਦਾ, ਇਹਨੂੰ ਪਹਿਲਾਂ ਪਤਾ ਲੱਗ ਗਿਆ। ਫਿਰ ਉਹ ਖਿਆਲ ਹੋਰ ਪਾਸੇ ਪਾਉਣ ਲਈ ਤੇ ਭਾਈ ਗਿਆਨ ਸਿੰਘ ਨੂੰ ਕਹਿੰਦੇ ਵੀ ਅਨੰਦਪੁਰ ਸਾਹਿਬ ਜਾ ਰਾਗੀ ਬਾਗ, ਉੱਥੇ ਬਾਬਾ ਮਸਤ ਭਗਤ ਸਿੰਘ ਜੀ ਆ, ਉਹਨਾਂ ਕੋਲ ਜਾ ਜੋ ਹੁਕਮ ਕਰਨਗੇ। ਉੱਥੇ ਚਲੇ ਗਏ। ਉਹ ਕਹਿੰਦੇ ਲੱਕੜ ਦਾ ਬੇਲਣਾ ਫੁਆੜੇ ਬਣਾਓ ਤੇ ਸੰਤਾਂ ਨਾਂ ਲੈ, ਕਹਿੰਦੇ ਵੀ ਅਸੀਂ ਤਾਂ ਗੰਨੇ ਪੀੜਿਆ ਕਰਨੇ। ਉਹ ਆ ਗਿਆ ਤੂੰ ਨਹੀਂ ਅਰਬਨ, ਉਹ ਬੇਲਣੇ ਸਾਈ ਦੇਤੀ, ਉਹ ਬੇਲਣਾ ਬਣ ਕੇ ਅਨੰਦਪੁਰ ਵੀ ਗਿਆ ਤੇ ਇੱਥੇ ਆ ਗਿਆ। ਉਹ ਸੰਤਾਂ ਮਨ 'ਚ ਹੋ ਗਿਆ, ਹੁਣ ਬਾਬੇ ਮਾਸਤਾਂ ਨੇ ਕਹਿਤਾ ਹੁਣ ਸੰਤਾਂ ਨੇ ਸਰੀਰ ਨਹੀਂ ਛੱਡਣਾ, ਮਤਲਬ ਖਿਆਲ ਦੂਏ ਪਾਸੇ ਪਾਤਾ ਨਾ। ਤੇ ਜਿਹੜੇ ਉਹ 15 ਦਿਨ ਹੋਏ ਤੇ ਫਿਰ ਆਪਣੇ 7:40 ਦੇ ਆਪਾਂ ਪੂਰੇ ਸਹੀ ਟਾਈਮ ਆਰਤੀ ਵੀ ਹੋ ਗਈ ਸੀ, ਉਹ ਪਾਇਆ। ਤੇ ਫਿਰ ਉਹ ਯੋਗਾ ਵੀ ਅਸੀਂ ਸੀ, ਆਸਣ ਲਾ ਕੇ ਬੈਠੇ ਤੇ ਜਿਵੇਂ ਬ੍ਰਹਮਰੰਦ ਨਾੜੀ ਫੋੜ ਕੇ ਯੋਗੀ ਸਰੀਰ ਤਿਆਗਦੇ ਹੋ, ਸਰੀਰ ਉਹ ਤਿਆਗ ਗਿਆ। ਤੇ ਪਹਿਲਾਂ ਕਈ ਸਾਲ ਭਗੌਰ ਸਾਹਿਬ ਜਾਂਦੇ ਸੀ ਚੌਪੇ ਚਾਰੀ ਨੰਗਲ, ਉੱਥੇ ਫਿਰ ਪੱਥਰ ਬੰਨ੍ਹ ਕੇ ਪਾਣੀ ਮਿਲਦੇ ਰਹੇ ਡੋਰ ਨਾਲ, ਇਹ ਕਿਹਾ ਵੀ ਇੱਥੇ ਜਲ ਪ੍ਰਵਾਹ ਕਰਨਾ, ਕਿਉਂ ਤੀਵਨਾ ਸੰਪਰਦਾ ਜਿਹੜੇ ਵੱਡੇ ਮਹਾਂਪੁਰਖ ਉਹਨਾਂ ਜਲ ਪ੍ਰਵਾਹ ਕੀਤਾ ਜਾਂਦਾ। ਤੇ ਬਾਅਦ 'ਚ ਕੋਈ ਮੜੀ ਮਸਾਣੀ ਨਾ ਬਣਾਏ, ਇਸ ਕਰਕੇ ਫਿਰ ਉਹ ਜਲ ਪ੍ਰਵਾਹ ਕਰ ਦਿੰਦੇ। ਉਹ ਹੁਕਮ ਪਹਿਲਾਂ ਕਰ ਗਏ ਸੀ। ਤੇ ਇਸ ਤਰ੍ਹਾਂ ਬਕਸਾ ਤਿਆਰ ਕਰਕੇ ਉਹ 'ਚ ਮੋਰੀਆਂ ਹੁਣ ਨਾਨਕ ਸਰੀਰ ਰੱਖ ਕੇ ਬਸਤਰ ਬਣਾ ਕੇ ਕੁਝ ਮੇਵੇ ਰੱਖ ਦੇਣੇ ਬੰਦ ਕਰਕੇ, 4 ਹੁੱਕਾਂ ਦੁਆਲੇ ਤੇ ਆਪਣੇ ਮਨ ਦੇ ਬੇਟ ਹਲ ਬੰਨ੍ਹ ਕੇ ਤੇ ਗੁਰੂ ਮਹਾਰਾਜ ਚਰਨਾਂ 'ਚ ਕੜਾ ਪ੍ਰਸ਼ਾਦ ਕਰ ਅਰਦਾਸ ਕਰਾ ਕੇ ਤੇ ਬਕਸਾ ਜਿਹੜਾ ਉਹ ਜਲ ਪ੍ਰਵਾਹ ਕਰ ਦੇਣਾ। ਉਹ ਬੇਟ ਫਿਰ ਬਕਸੇ ਨੂੰ ਥੱਲੇ ਲੈ ਜਾਂਦਾ, ਥੱਲੇ ਬਹਿ ਜਾਂਦਾ। ਤੇ ਮੋਰੀਆਂ ਰਾਹੀਂ ਜਾਨਵਰ ਅੰਦਰ ਚਲ ਜਾਂਦੇ ਆ ਤੇ ਉਹ ਮੇਵਿਆਂ ਦੇ ਲਾਲਚ ਇਸ ਤਰ੍ਹਾਂ ਸਾਰੀ ਕਿਰਿਆ ਕਰ ਦਿੰਦੇ ਆ। ਇਸ ਤਰ੍ਹਾਂ ਫਿਰ ਉੱਥੇ ਇਹ ਹੁਕਮ ਪਹਿਲਾਂ ਕਰ ਗਏ ਸੀ। ਤੇ ਡੇਰੇ ਵਾਲਿਆਂ ਨੂੰ ਕਿਹਾ ਵੀ ਜਿਹੜੀਆਂ ਤੁਹਾਡੀਆਂ ਸੇਵਾ ਲੈਣੀਆਂ ਉਹ ਕਰਨੀਆਂ। ਕੁਝ ਸਾਲ ਪਹਿਲਾਂ ਉਹਨਾਂ ਨੇ 5 ਸਾਧੂਆਂ ਦੀ ਕਮੇਟੀ ਬਣਾਤੀ ਸੀ ਤੇ ਇਹੀ ਪ੍ਰਬੰਧ ਚਲਾਉਣਗੇ। ਹੁਕਮ ਕੀਤਾ ਸੀ, ਬਾਅਦ ਝਗੜੇ ਪੈਂਦੇ, ਕਿਸੇ ਨੂੰ ਦਸਤਾਰਬੰਦੀ ਕਰ ਦਿਓ। ਕਹਿੰਦੇ ਅੱਜ ਦਸਤਾਰ ਤਾਂ ਜਿਹੜੀ 10ਵੇਂ ਪਾਤਸ਼ਾਹ ਦੀ ਇਹੀ ਸਾਂਭ ਲਈ ਬਹੁਤ ਹੈ। ਤੇ ਜਿਹੜੇ ਇੱਕ ਹੁੰਦਾ ਉਹ ਫਿਰ ਮਨਮਾਨੀ ਕਰਦਾ ਤੇ 10ਵੇਂ ਪਾਤਸ਼ਾਹ ਨੂੰ ਗੁਰੂ ਨਾਨਕ ਪਾਤਸ਼ਾਹ 5 ਪ੍ਰਵਾਨ 5 ਪ੍ਰਧਾਨ 5 ਬਾਬਾ ਦਰਗਾਹ ਨੂੰ ਤੇ 5 ਦੀ ਫਿਰ ਉਹ ਸੇਵਾ ਆਪਣੇ ਹੁੰਦਿਆਂ ਲਾ ਗਏ ਸੀ। ਇਸ ਵਾਸਤੇ ਫਿਰ ਕਹਿ ਵੀ ਸਾਡਾ ਸਰੀਰ ਹੁਣ ਡਮੇਲੀ ਤੋਂ ਡੇਰੇ ਜਾਂ ਹੋਰ ਨਹੀਂ ਜਾਣਾ, ਸਿੱਧਾ ਭਗੌਰ ਸਾਹਿਬ ਲੈ ਜਾਣਾ। ਸੰਗਤਾਂ ਨੇ ਫਿਰ ਰਸਤੇ ਦਰਸ਼ਨ ਕੀਤੇ। ਉਹ ਉਸੇ ਦਿਨ ਕੁਦਰਤੀ ਸਾਡੇ ਉਹ ਨਾਨਾ ਜੀ ਨੇ ਸਰੀਰ ਛੱਡਿਆ। ਉਹ ਪਿਤਾ ਜੀ ਉੱਥੇ ਗਏ, ਜਿਹੜੇ ਪਤਾ ਲੱਗਾ ਫਿਰ ਇੱਥੇ ਆ ਗਏ। ਉਹ ਦੇਖ ਲਓ ਕਿ ਉਦੋਂ ਇੰਨਾ ਸਾਧਨ ਘੱਟ ਸੀ, ਸਾਈਕਲ ਤੇ ਦੇਖ ਲਓ ਉਹਨਾਂ ਲੰਘ ਕੇ ਤੇ ਨੰਗਲ ਚੱਲ ਗਿਆ। ਫਿਰ ਉਹ ਕਹਿਣ ਕਿ ਇੱਥੇ ਬਾਗ ਵੀ ਨਹੀਂ, ਕਿੱਥੇ ਰਹਾਂਗੇ। ਉਦੋਂ ਗੁਰਦੁਆਰਾ ਵੀ ਛੋਟਾ ਜਿਹਾ ਹੁੰਦਾ ਤੇ 57 'ਚ 13 ਨਵੰਬਰ 2861 ਬੁੱਧਵਾਰ ਦਾ ਦਿਨ 7:40 ਤੇ ਡਮੇਲੀ ਨਗਰ ਉੱਥੇ ਉਹਨਾਂ ਨੇ ਸੂਰਜ ਕਿਰਨ ਮਿਲਿਆ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਕਿਉਂ ਜਲ में जलाए खटाना, क्यों ज्योति संग ज्योत समाना, मिट गए गगन पाए विश्राम, नानक प्रभु का ਸਾਧ ਕਰੋ। ਤੇ ਇਸ ਤਰ੍ਹਾਂ ਫਿਰ ਉੱਥੇ ਉਹਨਾਂ ਦਾ ਜਲ ਪ੍ਰਵਾਹ ਕੀਤਾ। ਇੱਥੇ ਫਿਰ ਡੇਰੇ ਫਿਰ ਆਪਣੇ ਪਾਠਾਂ ਦੇ ਭੋਗ ਪਏ ਤੇ ਉਸ ਤੋਂ ਬਾਅਦ ਫਿਰ ਜੋ ਮਰਜ਼ਾਦਾ ਸੀ ਅੱਗੇ ਕਾਫੀ ਲੰਬਾ ਹੈ। ਸੋ ਇਸ ਤਰ੍ਹਾਂ ਫਿਰ ਡੇਰੇ ਪ੍ਰਬੰਧ ਹੋਏ ਨੇ, 5 ਸੇਵਾਦਾਰ ਕਰਦੇ ਰਹੇ। ਤੇ ਫਿਰ ਸੰਤ ਬਾਬਾ ਹਰੀ ਸਹਾਰਪੁਰ ਵਾਲੇ, ਸੰਤ ਬਾਬਾ ਮਾਝਾ ਸਿੰਘ,
ਮਕਸੂਦਪੁਰ ਵਾਲੇ, ਉਹਨਾਂ ਨੇ ਫਿਰ ਸੰਤ ਮਹਿੰਦਰ ਸਿੰਘ, ਇਹ ਮਹਾਰਾਜ ਲੰਗਰੀ ਸੀਗੇ, ਬਾਬਾ ਗੱਜਣ ਗੜਵਈ ਸੀ, ਪੰਜਾਂ ਦੀ ਰਾਏ ਦੇ ਨਾਲ ਫਿਰ ਉਹਨਾਂ ਨੂੰ ਦਸਤਾਰ ਬੰਦੀ ਕੀਤੀ ਸੀ ਕਿ ਬਾਹਰ ਸੰਗਤ ਵਿਚਰ ਕੇ ਤੁਸੀਂ ਸੇਵਾ ਨਿਭਾਓ, ਇੱਥੇ ਇਹ ਪੰਜੇ ਸੇਵਾ ਨਿਭਾਉਂਦੇ ਰਹਿਣ। ਇਸ ਤਰ੍ਹਾਂ ਉਹ ਸੇਵਾ ਉਹਨੇ ਵੀ ਬਹੁਤ ਸ਼ਰਧਾ ਭਗਤੀ ਨਾਲ ਪ੍ਰੇਮ ਨਾਲ ਕੀਤੀ। ਕਿਸੇ ਤਰ੍ਹਾਂ ਦੀ ਕੋਈ ਵਿਖੇਪਤਾ ਗੜਬੜ ਨਹੀਂ ਹੋਈ, ਆਪਸ ਵਿੱਚ ਬੜਾ ਪ੍ਰੇਮ ਪਿਆਰ ਬਣਿਆ ਰਿਹਾ। ਸੋ ਫਿਰ 29 ਕੱਤਕ ਨੂੰ ਇਹ ਡਾਕਟਰ ਚਰਨ ਸਿੰਘ ਬਾਬੂ ਕਾਹਨ ਸਿੰਘ ਉੱਥੇ ਪਵਾਰ ਸਾਹਿਬ ਭੋਗ ਪਾਉਂਦੇ ਹੁੰਦੇ ਸੀ, ਅਤੇ ਸੰਤ ਮਹਿੰਦਰ ਸਿੰਘ ਫਿਰ ਇੱਥੇ ਰਾਮ ਬਾਗ ਜਗ੍ਹਾ ਉਹਨੇ ਬਣਾਈ ਸੀ ਹਰ ਕੋਲ, ਇੱਥੇ 29 ਨੂੰ ਜਲ ਪ੍ਰਵਾਹ ਵਾਲੇ ਦਿਨ ਭੋਗ ਪਾਉਂਦੇ ਸੀ। ਅਤੇ ਫਿਰ ਆਪਣੇ 26, 27, 28 ਅਤੇ 11, 12, 13 ਨਵੰਬਰ ਅਤੇ ਸਾਰੀ ਰਾਤ ਦੀਵਾਨ ਸਜਣਾ, ਸਵੇਰੇ ਫਿਰ ਭੋਗ ਪੈਣਾ ਪੂਰੇ 7:40 ਮਿੰਟ 'ਤੇ, ਬਾਅਦ ਕਥਾ, ਫਿਰ ਦਿਨ ਦਾ ਦੀਵਾਨ, ਫਿਰ ਸੰਪੂਰਨਤਾ। ਵੈਸੇ ਆਪ ਜੀ ਹੁਕਮ ਕਰ ਗਏ ਕਿ ਸਾਡਾ ਕੋਈ ਜੋੜ ਮੇਲਾ ਬਰਸੀ ਨਾ ਮਨਾ ਲਓ, ਇਹ ਲੋਕਾਂ ਦਾ ਇਕੱਠ ਹੁੰਦਾ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕਿ ਜੇ ਨਹੀਂ ਰਹਿ ਸਕਦੇ ਸਹਿਜ ਪਾਠ ਕਰਕੇ ਭੋਗ ਪਾ ਦਿਆ ਕਰੋ, ਕਿ ਜਿਹੜੀਆਂ ਤੁਹਾਡੀਆਂ ਸੇਵਾ ਲਾਈਆਂ ਇਹ 'ਚ ਕਲਿਆਣ ਆ, ਪਬਲਿਕ ਦਾ ਜਿਹੜਾ ਜੰਮ ਘਟਾ ਉਹਦੇ 'ਚ ਕਈ ਤਰ੍ਹਾਂ ਦੇ ਵਿਖੇਪ ਪੈਦਾ ਹੁੰਦੇ, ਉਹ ਵਿੱਚ ਸੇਵਾਦਾਰ ਨਾਲ ਪੰਜੇ ਸਿੰਘ ਤਾਂ ਖੜੇ ਰਹਿ ਕਿ ਹੜ ਕਰਦੇ ਰਹਿਣੇ ਜ਼ਰੂਰ ਚਾਹੀਦਾ। ਫਿਰ ਉਹ ਬਰਸੀ ਜਿਹੜੀ ਸੀ ਮਨਾਉਂਦੇ ਆ, ਉਹਨੂੰ ਵੀ ਹਰ ਸਾਲ ਮਨਾਉਂਦੇ ਆ। ਸੋ ਇਸ ਤਰ੍ਹਾਂ ਇਹ ਸਾਰਾ ਚੱਲ ਚਲਾ ਰਿਹਾ। ਉਹ ਆਪਾਂ ਵੀ ਅੱਜ ਮਹਾਰਾਜ ਦੀ ਕਿਰਪਾ ਨਾਲ ਇਹ ਪਾਠ ਕੇ ਭੋਗ ਪਾਏ ਆ, ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇਤਿਹਾਸ ਦੇ ਮਹਾਂਪੁਰਖਾਂ ਦੇ ਬਹੁਤ ਵੱਡੇ ਹੁੰਦੇ ਆ, ਕਿਉਂਕਿ ਬੁੱਕ ਛਾਪੀ ਹੈ 966 ਪੰਨੇ ਦਾ ਉਹਨਾਂ ਦਾ ਜੀਵਨ ਕਰਨਾ ਇਤਿਹਾਸ ਹੈ। ਸੰਤ ਗਿਆਨੀ ਜੋਤ ਸਿੰਘ ਜੀ ਅਤੇ ਦਾਸ ਨੇ ਪਿਓ ਜਿੱਥੇ ਦੇ ਪ੍ਰੇਮੀ ਸੀ, ਉਹ ਸਾਰਾ ਇਤਿਹਾਸ ਇਕੱਠਾ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦੀਆਂ ਤਰੀਵੀ ਬਰਕਤਾਂ ਲਿਖਣੀਆਂ ਤਾਂ ਔਖੀਆਂ ਹੁੰਦੀਆਂ, ਪਰ ਫਿਰ ਵੀ ਆਉਣ ਵਾਲੇ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਉੱਥੋਂ ਮਹਾਂਪੁਰਖਾਂ ਬਾਰੇ ਜਾਣਕਾਰੀ ਮਿਲਦੀ ਰਹੀ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਜਦੋਂ ਸੂਖਮ ਸਰੀਰ ਮਨ ਦੇ ਅੰਦਰ ਪ੍ਰੇਮ ਦੇ ਤੀਰ ਵੱਜਦੇ ਆ ਤਾਂ ਭਰਮ ਕੱਟਿਆ ਜਾਏ, ਫਿਰ ਸਾਰਾ ਭਰਮ ਜਿਹੜਾ ਉਹ ਕੱਟਿਆ ਜਾਂਦਾ, ਕਿਉਂਕਿ ਮਨ ਕਰਕੇ ਹੀ ਭਰਮ ਆ। ਇਹ ਮਨ ਕਰਮਾ, ਮਨ ਧਰਮਾ, ਮਨ ਪੰਜ ਤਤ ਜਨਮ, ਇਹ ਮਨ ਲੈ ਜੋ ਤੁਨ ਮਨ ਰਹਿ ਤਾਂ 3 ਲੋਕ ਕੀ ਬਾਤਾਂ ਕਹਿ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਇਹ ਮੇਰੇ ਗੋਬਿੰਦ ਆਪਣੇ ਜਨਾਂ ਨੂੰ ਵਡਿਆਈ ਬਰਕਤ ਦੇਵੋ, ਗੁਰਮਤਿ ਰਾਮ ਨਾਮ ਪ੍ਰਗਾਸ। ਆਪਣੀ ਮੱਤ ਦੇ ਕੇ ਇਹ ਸਤਿਗੁਰੂ ਪਰਮੇਸ਼ਰ ਦੇ ਨਾਮ ਦਾ ਸਾਡੇ ਹਿਰਦੇ ਪ੍ਰਕਾਸ਼ ਕਰ ਦਿਓ। ਸਦਾ ਰਹੋ ਨੇ ਅਸੀਂ ਸਦਾ ਤੁਹਾਡੀ ਸ਼ਰਨ ਵਿੱਚ ਦਾਸ ਬਣ ਕੇ ਰਹੀਏ ਰਹੋ। ਇਹੋ ਸੰਸਾਰ ਸਭ ਆਵਣ ਜਾਣਾ, ਇਹ ਜਿੰਨਾ ਸੰਸਾਰ ਸਾਰਾ ਆਉਣ ਜਾਣ 'ਚ ਆਵਾਗਮਨ ਕਹਿੰਦੇ ਆਇਆ ਤੇ ਚਲੇ ਗਿਆ, ਇਹੀ ਆਵਾਗਮਨ ਦਾ ਆਖਰੀ ਅਰਥ ਹੈ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਜਾਣਾ। ਇਹ ਮੂਰਖ ਮਨਾ ਅਣਜਾਣ ਨਾ ਬਾਣਾ, ਉਸ ਨਿਰੰਕਾਰ ਨੂੰ ਚੇਤਨ ਨੂੰ ਚੇਤਨਾ ਕਰ, ਕਿਉਂਕਿ ਜਿਹੜੇ ਕੰਮ ਲਈ ਤੈਨੂੰ ਮਾਨਸ ਦੇ ਮਿਲੀ ਹੈ। ਹਾਂਜੀ, ਕਬੀਰ ਮਾਨਸ ਤੈਨੂੰ ਦਲਾਂਭੈ ਹੋ ਤੈਨੂੰ ਬਾਰੰਬਾਰ ਜਿਉਂ ਬਨ ਫਲ ਪਾ ਕੇ ਭੋਏ ਤੇਰੇ ਬਹੁ ਨਾ ਲਾਗੇ ਡਾਰ। ਹਰ ਜੋ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸੁਣੋ। ਹਰੀ ਜੀ ਆਪ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਮਿਲ ਲਓ, ਤੁਹਾਡੀ ਬਖਸ਼ਿਸ਼ ਹੋਵੇ। ਨਾਮ ਜਪ ਕੇ ਨਾਮੀ ਵਿੱਚ ਸਮਾਣਾ, ਫਿਰ ਅਭੇਦ ਅਵਸਥਾ ਪ੍ਰਾਪਤ ਹੁੰਦੀ ਹੈ। ਕਿਉਂਕਿ ਹਿੰਦੀ ਦੇ ਲਿਹਾਜ਼ ਨਾਲ ਨਾਮੀ ਇੱਥੇ ਮੈਨੂੰ ਸਿਆਰੀ ਹੈ, ਨਾਮੀ ਮੈਨੇ ਪਰਮੇਸ਼ਰ, ਉਹਦਾ ਨਾਮ ਜਪ ਕੇ ਨਾਮੀ ਪਰਮਾਤਮਾ ਵਿੱਚ ਸਮਾਈ ਹੁੰਦੀ ਹੈ। ਜਿਸ ਕੀ ਬਾਤ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੁਖ ਹੈ। ਜਿਹਦੀ ਕਹਿੰਦੇ ਆਤਮਾ ਰੂਪੀ ਵਸਤੂ ਹੈ, ਉਹ ਕਿਰਪਾ ਕਰਕੇ ਪਰਮੇਸ਼ਰ ਜਿਹਨੂੰ ਦੇ ਦੇਵੇ, ਉਹ ਇਹਦੀ ਬਰਕਤ ਨੂੰ ਜਾਣਦਾ ਹੈ। ਜਿਸ ਕੀ ਬਾਤ ਸੋਈ ਪ੍ਰਭ ਜਾਣੇ, ਇਹ ਵਸਤੂ ਵੀ ਉਹਦੀ ਹੈ, ਉਹਦੀ ਮਹਿਮਨ ਵੀ ਉਹੀ ਜਾਣਦਾ, ਪਰ ਜਿਸ ਨੂੰ ਦੇ ਸੋ ਪਾਵੇ। ਜਿਹਨੂੰ ਉਹ ਦਾਤ ਦਿੰਦਾ ਉਹੀ ਪਾਉਂਦਾ। ਹਾਂਜੀ, ਹਰੇਕ ਨਹੀਂ ਪਾ ਸਕਦਾ। ਦਾਤ ਉਹ ਦਿੰਦਾ, ਪਰ ਜਿਹੜਾ ਕਮਾਈ ਕਰਦਾ ਉਹ ਬਰਕਤ ਵਧਾ ਲੈਂਦਾ। ਹੁਣ ਮਾਂ ਪਿਓ ਕਈ ਵਾਰੀ ਜਾਇਦਾਦ ਦੇ ਜਾਂਦੇ ਆ, ਮਾਇਆ ਦੇ ਜਾਂਦੇ ਆ, ਅਤੇ ਜੇ ਤਾਂ ਉਹੋ ਜਿਹਾ ਹੁਣ ਪਹਿਲਾਂ ਵੀ ਉਜਾੜ ਲੈਂਦੇ, ਫੂਕ ਲੈਂਦੇ। ਜੇ ਚੰਗੇ ਹੋਣ ਉਹ ਗਾਂ ਵਧਾ ਲੈਂਦੇ। ਇਸ ਤਰ੍ਹਾਂ ਰੂਹਾਨੀਆਂ ਦੀ ਹੈ ਸੇਵਾ ਸਿਮਰਨ। ਗੁਰੂ ਬਖਸ਼ਿਸ਼ ਕਰਦਾ, ਜਿਹੜੇ ਕਮਾਈ ਕਰਦੇ ਆ ਉਹ ਵਧਾ ਲੈਂਦੇ ਆ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪ ਗੁਰੂ ਨਾਨਕ ਗੱਦੀ ਦੇ ਮਾਲਕ ਹੈ, ਫੇਰ ਕੀਲੀ ਨਾਲ ਕੱਢ ਕੇ ਤਪ ਕਰਦੇ ਆ। ਕਹਿੰਦੇ ਵੀ ਦੀਵੇ 'ਚ ਘੇ ਪਾਇਆ ਤੇ ਦੀਵਾ ਜਗਦਾ, ਜੇ ਹੋਰ ਪਾਉਂਦੇ ਰਹਾਂਗੇ ਤੇ ਜਗਦਾ ਰਹੂ, ਤੇ ਪਹਿਲਾਂ ਜੇ ਬਲ ਗਿਆ ਫੇਰ ਕਿਵੇਂ, ਫੇਰ ਤਾਂ ਬੁਝੂਗਾ। ਤੇ ਗੁਰੂ ਮਹਾਰਾਜ ਬਖਸ਼ਿਸ਼ ਕੀਤੀ ਹੈ, ਉਹ ਬਖਸ਼ ਨੂੰ ਕਾਇਮ ਰੱਖਣ ਲਈ ਕਮਾਈ ਕਰਦੇ ਰਹਿਣਾ ਚਾਹੀਦਾ। ਚਲੋ ਮਹਾਰਾਜ ਦਾ ਤਾਂ ਕੌਤਕ ਆ, ਉਹ ਤਾਂ ਆਪ ਸਮਰੱਥ ਆ, ਪਰ ਗੁਰਸਿੱਖਾਂ ਵਾਸਤੇ ਹੁਕਮ ਆ ਹਮੇਸ਼ਾ ਨਿਤ ਕਰਮ ਦਾ ਤਿਆਗ ਨਹੀਂ ਕਰਨਾ। ਇਸ ਵਾਸਤੇ ਮਹਾਰਾਜ ਕਹਿੰਦੇ ਬਸਤ ਅਨੂਪ ਅਤ ਅਗਮ ਗੋਚਰ, ਇਹ ਵਸਤੂ ਅਨੂਪ, ਇਹਦੇ ਵਰਗੀ ਹੋਰ ਕਿਸੇ ਦੀ ਉਪਮਾ ਨਹੀਂ। ਅਤੀ ਬਹੁਤ ਅਗਮ, ਮਨ ਬਾਣੀ ਦੇ ਗਮ ਤਾਂ ਤੂੰ ਪਰੇ, ਅਗੋਚਰ ਨੇਤਰਾਂ ਨਾਲ ਜਾਂ ਕੰਨਾਂ ਨਾਲ ਸੁਣ ਕੇ ਦੇਖ ਕੇ ਨਹੀਂ ਨੂੰ ਸਮਝ ਸਕਦੇ। ਗੁਰ ਪੂਰਾ ਲੱਖ ਲਖਾਏ, ਇਹ ਤਾਂ ਪੂਰਾ ਗੁਰੂ ਅਲੱਖ ਨਾ ਲਖੀ ਜਾਣ ਵਾਲੀ ਵਸਤੂ ਕਿਰਪਾ ਕਰਕੇ ਲਿਖਾ ਦੇਵੇ ਤਾਂ ਹੀ ਦੀ ਲਖਤਾ ਸੋਝੀ ਪ੍ਰਾਪਤ ਹੁੰਦੀ ਹੈ। ਜਿਹਨੇ ਚਾਖੀ ਸੋਈ ਜਾਣੇ, ਜਿਨ ਇਹ ਚਾਖੇ ਸੋਈ ਜਾਣੇ। ਕਹਿੰਦੇ ਜਿਸ ਨੇ ਚੱਖੀ ਆ ਨਾ, ਜਿਨ ਇਹ ਚਾਖੇ ਸੋਈ ਜਾਣਾ। ਜਿਸ ਨੇ ਸਵਾਦ ਨੂੰ ਚਖਿਆ, ਚਾਖੀ ਪਾਠ ਹੈ ਕਿ ਚਾਖੇ ਆ, ਚਾਖੀ ਹੈ, ਇੱਥੇ ਗਲਤ ਛਪਿਆ ਹੈ। ਜਿਹਨੇ ਚਾਖੀ, ਜਿਸ ਨੇ ਦਾਤ ਚਾਖੀ ਸੋਈ ਜਾਣੇ, ਸੋਈ ਇਸ ਦਾਤ ਨੂੰ ਜਾਣਦਾ ਹੈ। ਗੂੰਗੇ ਕੀ ਮਠਿਆਈ, ਜਿਵੇਂ ਗੂੰਗਾ ਆ ਮਿੱਠੀ ਚੀਜ਼ ਖਾਂਦਾ ਆ, ਸਵਾਦ ਤਾਂ ਅਨੁਭਵ ਕਰਦਾ, ਜੇ ਕਹੀਏ ਇਹੋ ਜਿਹਾ ਦੱਸ ਨਹੀਂ ਸਕਦਾ। ਜਿਸ ਤਰ੍ਹਾਂ ਜਿਹਨੂੰ ਆਤਮਕ ਵਸਤੂ ਰੂਹਾਨੀਆਂ ਦੀ ਦਾਤ ਮਿਲ ਗਈ, ਉਹ ਆਨੰਦ ਜਾਣਦੇ ਆ। ਅੱਖਰਾਂ ਨਾਲ ਬੋਲ ਕੇ ਦੱਸਣਾ ਮੁਸ਼ਕਲ ਬਹੁਤ ਹੈ। ਹੁਣ ਗੁੜ ਦਾ ਹੀ ਲੈ ਲਓ, ਗੁੜ ਕੀ ਹੈ, ਕਹਿੰਦੇ ਮਿੱਠਾ। ਜੇ ਕਹੀਏ ਮਿੱਠਾ ਕਿਹੋ ਜਿਹਾ, ਇਹ ਨਹੀਂ ਦੱਸ ਹੁੰਦਾ। ਇਹ ਤਾਂ ਕਹਿ ਦਿਆਂਗੇ ਮਿੱਠਾ ਬਹੁਤ ਆ, ਇਹ ਨਹੀਂ ਵੀ ਮਿੱਠਾ ਹੈ ਕਿਹੋ ਜਿਹਾ। ਇਹ ਜਿਨ ਖਾਧਾ ਉਹ ਅਨੁਭਵ ਕਰਦਾ, ਦੱਸ ਨਹੀਂ ਸਕਦਾ। ਤੇ ਜਿਹੜੀ ਇਹ ਰੂਹਾਨੀਆਂ ਦੀ ਚੀਜ਼ ਹੈ ਤਾਂ ਫਿਰ ਹੋਰ ਵੀ ਬੜੀ ਔਖੀ ਹੈ। ਰਤਨ ਲਗਾਇਆ ਲੁਕਿਆ ਨਹੀਂ, ਜੇ ਕੋ ਰਖ ਲਖੇ। ਰਤਨ ਜਿਹੜਾ ਹੀਰਾ ਆ, ਉਹਨੇ ਹੀਰਾ ਰੱਖਾਂਗੇ ਉਹਨੂੰ ਪ੍ਰਕਾਸ਼ ਕਰ ਦੇਣਾ, ਲੁਕਾਇਆ ਲੁਕਦਾ ਨਹੀਂ। ਇਸ ਤਰ੍ਹਾਂ ਜਿਹੜਾ ਸੰਤ ਭਗਤ ਆ, ਜਿਹਤੇ ਮਾਰੇ ਬਰਕਤ ਹੋਈ, ਨਿੰਦਿਆ ਲੋਕ ਕਰਦੇ ਆ ਕਿ ਕਿਸ ਤਰ੍ਹਾਂ ਇਹਦੀ ਮਹਿਮਾ ਘਟੇ, ਪਰ ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਸਕਦਾ। ਉਹ ਪ੍ਰਗਟ ਹੋਏ ਨਾ, ਭਗਤ ਭਗਤ ਜਾ ਕੇ ਵੱਜਿਆ ਚੌਂਕ ਚੱਕਾਂ ਦੇ ਵਿੱਚ ਮਰੇਟਾ। ਇਸ ਕਰਕੇ ਕਹਿੰਦੇ ਰਤਨ ਲਗਾਇਆ ਲੁਕਦਾ ਨਹੀਂ, ਜੇ ਕੋ ਰੱਖਿਆ ਲੁਕਾਈ। ਜੇ ਕੋਈ ਨਿੰਦਕ ਲੋਕ ਉਹਨੂੰ ਲੁਕਾਉਣਾ ਚਾਹੁਣ, ਨਿੰਦਿਆ ਕਰਕੇ ਉਹਦੀ ਮਹਿਮਾ ਨੂੰ ਘਟਾਉਣਾ ਚਾਹੁਣ, ਉਹ ਸਗੋਂ ਵੱਧਦੀ ਆ, ਘਟਦੀ ਨਹੀਂ। ਸਭ ਕੁਛ ਤੇਰਾ ਤੂੰ ਅੰਤਰਜਾਮੀ, ਇਹ ਮਾਲਕ ਸਾਰਾ ਕੁਛ ਤੇਰਾ ਹੀ ਆ, ਆਪ ਜੀ ਅੰਤਰਜਾਮੀ ਆ, ਸਾਰਿਆਂ ਦੇ ਹਿਰਦੇ ਦੇ ਨਿਯੰਤਾ ਪ੍ਰੇਰਕ ਆ, ਔਰ ਤੂੰ ਸਭਨਾ ਕਾ ਪ੍ਰਭ ਸੋਈ। ਇਹ ਪ੍ਰਭੂ ਆਪ ਸਾਰਿਆਂ ਦੇ ਮਾਲਕ ਹੈ। ਇਹ ਨਹੀਂ ਵੀ ਅਮੀਰਾਂ ਦਾ ਹੈ, ਗਰੀਬਾਂ ਦਾ ਨਹੀਂ, ਕੀੜੇ ਮਕੌੜਿਆਂ ਦਾ ਨਹੀਂ, ਤੂੰ ਤਾਂ ਸਾਰਿਆਂ ਦੇ ਮਾਲਕ ਹੈ। ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਜਿਹਨੂੰ ਇਹ ਅਗੰਮੀ ਰੂਹਾਨੀਆਂ ਦੀ ਦਾਤ ਦਿੰਦੇ ਆ, ਉਹੀ ਪ੍ਰਾਪਤ ਕਰਦਾ। ਇਸ ਕਰਕੇ ਕਹਿੰਦੇ ਜਨਾਂ ਦਾ ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਆਸਰਾ ਸਹਾਰਾ ਨਹੀਂ। ਕਿਉਂਕਿ ਜਿਹੜੇ ਦਾਸ ਆ ਉਹ ਸਦਾ ਭੇਦ ਹੋ ਕੇ ਰਹਿੰਦੇ ਆ, ਤੇ ਮਹਾਰਾਜ ਦੀ ਬਰਕਤ ਵੀ ਵਰਤੀ ਰਹਿੰਦੀ ਹੈ। ਤੇ ਜਿਵੇਂ ਹੁਣ ਦਾਲ ਸਾਰੀ ਗਲ ਜਾਂਦੀ ਹੈ, ਕੋਕੜੂ ਜੁਦਾ ਹੀ ਰਹਿੰਦਾ, ਕੋਰਨ ਮੋੜ ਨਹੀਂ ਰਿਹਾ। ਤੇ ਇਸ ਤਰ੍ਹਾਂ ਕਈਆਂ ਦੀ ਕੋਕੜੂ ਵਾਲੀ ਹਾਲਤ ਹੈ, ਉਹ ਲਾਭ ਨਹੀਂ ਲੈਂਦੇ। ਪਰ ਜਿਹੜੇ ਗੁਰਸਿੱਖ ਆ, ਉਹ ਸੰਗ 'ਚ ਅਭੇਦ ਹੋ ਕੇ ਵਰਤਦੇ, ਆਪਣੀ ਹੋਂਦ ਮਿਟਾ ਕੇ ਰਹਿੰਦੇ। ਇਸ ਕਰਕੇ ਕਹਿੰਦੇ ਜਿਹਨੂੰ ਇਹ ਦਾਤ ਤੁਸੀਂ ਦਿੰਦੇ ਆ, ਉਹੀ ਲੈਂਦਾ। ਕਿਉਂਕਿ ਉਹ ਤੇਰੇ ਤੋਂ ਬਿਨਾਂ ਅਵਰ ਹੋਰ ਕਿਸੇ ਨੂੰ ਦਾਤ ਦੇਣ ਵਾਲਾ ਨਹੀਂ ਜਾਣਦੇ। ਕਿਉਂ ਰੂਹਾਨੀ ਦਾਤ ਗੁਰੂ ਮਹਾਰਾਜ ਪਰਮੇਸ਼ਰ ਕਿਰਪਾ ਕਰਕੇ ਦੇ ਸਕਦੇ ਆ। ਇਹ ਬਾਜ਼ਾਰੀ ਸੌਦਾ ਨਹੀਂ, ਆਪਾਂ ਮਾਇਆ ਦੇ ਜ਼ੋਰ ਨਾਲ ਜਾਂ ਪਦਾਰਥਾਂ ਦੇ ਜ਼ੋਰ ਨਾਲ ਜਾਂ ਡੰਗ ਦੇ ਜ਼ੋਰ ਨਾਲ ਲੈ ਲਾਂਗੇ। ਇਹ ਤਾਂ ਉਹਦੀ ਬਖਸ਼ਿਸ਼ ਨਾਲ ਹੈ। ਤੇ ਜੇ ਹੁਣ ਡੰਗ ਦੇ ਜ਼ੋਰ ਨਾਲ ਹੋਵੇ, ਜਿਹਦੇ ਹੱਥ ਸੱਤਾ ਪਿਓ ਤਾਂ ਜਦੋਂ ਮਰਜ਼ੀ ਡੰਗ ਨਾਲ ਖੋਲ੍ਹੇ, ਜਾਂ ਅਮੀਰ ਮਾਇਆ ਦੇ ਜ਼ੋਰ ਨਾਲ ਖੋਲ੍ਹਣ। ਪਰ ਇਹ ਹੈ ਗੁਰੂ ਦੀ ਬਖਸ਼ਿਸ਼, ਤੇ ਨਾ ਇਹ ਡੰਗ ਨਾਲ ਖੋਈ ਜਾਂਦੀ। ਗੁਰਸਿੱਖਾਂ ਨੂੰ ਲੈ ਲਓ, ਥੋੜ੍ਹਾ ਸਜ਼ਾ ਦਿੱਤੀਆਂ ਕਿ ਇਹਨਾਂ ਨੂੰ ਡਲਾ ਦਈਏ, ਕਰ ਲਈਏ, ਪਰ ਨਹੀਂ, ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਘਬਰਾਏ ਨਹੀਂ। ਇਸ ਤਰ੍ਹਾਂ ਜਿਹੜੇ ਗੁਰਸਿੱਖ ਮਹਾਂਪੁਰਖ ਮਰੀਦ ਵਿਰਤੀ ਦੇ ਆ, ਉਹ ਵੀ ਕਾਇਮ ਰਹੇ। ਇਹ ਉਹਦੀ ਦਾਤ ਹੈ, ਇਹਨੂੰ ਕੋਈ ਢੰਗ ਵੰਗ ਨਾ ਜਾਂ ਸਰਕਾਰੀ ਜ਼ੋਰ ਨਾਲ ਖੋਹ ਨਹੀਂ ਸਕਦਾ। ਹੁਣ ਪਿਰਥੀ ਚੰਦ ਨੇ ਕਿੰਨਾ ਯਤਨ ਕੀਤਾ ਸਰਕਾਰੀ ਵੱਲ ਨੂੰ ਕਿ ਗੱਦੀ ਲੈ ਲਵਾਂ, ਮਿਲਦੀ ਆ। ਇਸ ਵਾਸਤੇ ਜੇ ਕੋਈ ਕਹੇ ਇਸ ਤਰ੍ਹਾਂ ਨਹੀਂ, ਇਹ ਤਾਂ ਗੁਰੂ ਕੀ ਬਖਸ਼ਿਸ਼ ਹੈ। ਜੇ ਤੇ ਉਹ ਟੁੱਟੇ ਹੁੰਦੇ ਉਹਨੂੰ ਉਹ ਦਾਤ ਦਿੰਦੇ ਆ। ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇ ਖਾਲ, ਇਹ ਭਾਈ ਨੂੰ ਦਾਤੜੀ ਨਿਤ ਫਿਰਦੇ ਰੱਖਾਂ ਸੰਭਾਲ। ਸੋ ਇਸ ਤਰ੍ਹਾਂ
ਮਹਾਂਪੁਰਖ ਆਏ 13 ਨਵੰਬਰ 28 ਕੱਤਕ ਦਿਨ ਬੁੱਧਵਾਰ 1957 ਦਮੇਲੀ ਨਗਰ ਚੋਂ ਆਪਣੇ ਸੱਚਖੰਡ ਪਿਆਨਾ ਕੀਤਾ। ਭਗੌਰ ਸਾਹਿਬ ਇੱਥੇ ਚੌਪੜੇ ਚਾਰੀ ਨੰਗਲ ਪਾਖੜੇ ਜਲ ਪ੍ਰਵਾਹ ਕੀਤਾ ਤੇ ਕੱਲ੍ਹ ਉੱਥੇ ਪਾਠ ਦਾ ਹੋ ਗਿਆ। ਬਾਬੂ ਜੀ ਜਾਂਦੇ ਸੀ ਡਾਕਟਰ ਸਾਹਿਬ ਸਰੀਰ ਚੜ੍ਹ ਗਿਆ ਤੇ ਅਸੀਂ ਫਿਰ ਸੰਗਤ ਨਾਲ ਵਿਚਾਰ ਕੀਤੀ ਕਿ ਆਪਾਂ ਜ਼ਰੂਰ ਉੱਥੇ ਕਰਿਆ ਕਰੀਏ ਤੇ ਉੱਥੇ ਫਿਰ ਉਹ ਹਰ ਸਾਲ ਪਾਠ ਰਖਾ ਕੇ ਉਹਨਾਂ ਦੀ ਜਾਂਚ ਉਹ ਪਾਈਦਾ ਤੇ ਅੱਜ ਉੱਥੇ ਉਹਨਾਂ ਦੇ ਸਥਾਨ ਤੇ ਵੀ ਬਰਸੀ ਆ। ਹੋਰ ਵੀ ਬੇਅੰਤ ਸੰਗਤਾਂ ਦੇਸਾਂ ਪ੍ਰਦੇਸਾਂ 'ਚ ਵੀ ਜਿੱਥੇ ਇੱਥੇ ਪ੍ਰੇਮੀ ਉਹਨਾਂ ਦੀ ਜਾਂਚ ਕੋਈ ਸਹਿਜ ਪਾਠ ਕੋਈ ਅਖੰਡ ਪਾਠ ਕਰਕੇ ਉਹਨਾਂ ਦੀ ਬਰਸੀ ਮਨਾਉਂਦੇ ਆ। ਉਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ਿਸ਼ ਕਰਨ, ਤੰਦਰੁਸਤੀ ਦੇਣ ਔਰ ਖਾਲਸੇ ਪੰਥ ਵਿੱਚ ਏਕਤਾ ਪਾਲ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।